सो हेलो एवरीवन, मेरे वालों ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਆਈ ਵੈਲਕਮ ਯੂ ਆਲ ਟੂ ਲਰਨਿਵਰਸ। ਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਬਹੁਤ ਇੰਪੋਰਟੈਂਟ ਐਮਸੀਕਿਊਜ਼ ਦਾ ਸੈਸ਼ਨ। ਆਪਣੇ ਐਮਸੀਕਿਊਜ਼ ਦੇ ਆਲਰੇਡੀ 2 ਸੈਸ਼ਨ ਹੋ ਚੁੱਕੇ ਨੇ ਸਫਲਤਾ ਸੀਰੀਜ਼ ਵਿੱਚ, ਤੇ ਆਪਣਾ ਥਰਡ ਸੈਸ਼ਨ ਹੈ ਅੱਜ ਐਮਸੀਕਿਊ ਸੀਰੀਜ਼ ਦਾ। ਆਪਣਾ ਥਰਡ ਸੈਸ਼ਨ ਹੈ ਅੱਜ, ਜਿੰਦੇ ਵਿੱਚ ਕੀ ਆਪਾਂ ਆਲਰੇਡੀ 2 ਲੈਕਚਰ ਲੈ ਚੁੱਕੇ, ਜਿੰਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਮਾਸਟਰ ਕੈਡਰ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਤੇ ਆਪਣਾ ਟਾਰਗੇਟ ਸਕੋਰ ਕੀ ਹੈ, ਆਪਾਂ ਟਾਰਗੇਟ ਕਰਨਾ ਹੈ ਇਸ ਵਾਰੀ 120 ਪਲੱਸ। ਠੀਕ ਹੈ, 120 ਪਲੱਸ ਤੇ ਆਪਣੇ ਟਾਰਗੇਟ ਨੂੰ ਯਾਦ ਕਰਦੇ ਹੋਏ ਆਪਾਂ ਇਸ ਸੈਸ਼ਨ ਦੀ ਸ਼ੁਰੂਆਤ ਕਰਾਂਗੇ। ਪਰ ਇਸ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਅਦੀ ਚੀਜ਼ ਦੱਸਦਾ ਕਿ ਇੱਕ ਨਾ ਆਪਣੀ ਥੋੜੀ ਜਿਹੀ ਜਿਹੜੀ ਕਲਾਸਿਸ ਨੇ ਨਾ ਉਹ ਰੈਗੂਲਰ ਨਹੀਂ ਹੋ ਪਾ ਰਹੀਆਂ। ਹਾਲੇ ਤੱਕ ਤੁਹਾਡੀ ਰੈਗੂਲਰ ਕਲਾਸਿਸ ਇਸ ਲਈ ਨਹੀਂ ਹੋ ਪਾ ਰਹੀਆਂ ਕਿਉਂਕਿ ਨਾ ਮੈਨੂੰ ਕਾਲਸ ਆਣੇ ਸ਼ੁਰੂ ਹੋ ਗਏ ਸੀ ਸਟੂਡੈਂਟਸ ਦੇ ਕਿ ਮੈਮ ਤੁਸੀਂ ਪੂਰਾ ਸਿਲੇਬਸ ਕਰਵਾਓਗੇ, ਮੈਮ ਸਾਨੂੰ ਲਾਈਵ ਸੈਸ਼ਨਸ ਚਾਹੀਦੇ ਹੈ, ਮੈਮ ਸਾਨੂੰ ਪ੍ਰੋਪਰ ਬੈਚ ਚਾਹੀਦਾ ਹੈ। ਤੇ ਇੱਕ ਐਸ ਕਰਕੇ ਹਲੇ ਮੈਂ ਇਹ ਨਹੀਂ ਕਹਿੰਦੀ ਕਿ ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਦੇ ਫੋਨ ਆਣੇ ਸ਼ੁਰੂ ਹੋਏ, ਪਰ ਮੈਨੂੰ 5-6 ਸਟੂਡੈਂਟਸ ਦੇ ਫੋਨ ਆਏ। ਠੀਕ ਹੈ, ਤੇ ਹੁਣ ਇਹ ਮੇਰੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜੇ ਕਿਸੇ ਨੂੰ ਪ੍ਰੋਪਰ ਸੈਸ਼ਨਸ ਚਾਹੀਦੇ ਨੇ, ਆਫਲਾਈਨ ਬੈਚ ਚਾਹੀਦਾ, ਆਨਲਾਈਨ ਬੈਚ ਚਾਹੀਦਾ, ਤਾਂ ਉਸ ਵਾਸਤੇ ਮੈਂ ਪਲੈਨਿੰਗ ਕਰ ਰਹੀ ਹਾਂ ਥੋੜੀ ਜਿਹੀ। ਤੇ ਸਭ ਤੋਂ ਪਹਿਲੇ ਆਪਾਂ ਆਨਲਾਈਨ ਬੈਚ ਲੈ ਕੇ ਆਉਣ ਵਾਲੇ ਹਾਂ। ਠੀਕ ਹੈ, ਆਨਲਾਈਨ ਬੈਚ ਲੈ ਕੇ ਆਉਣ ਵਾਲੇ ਹਾਂ ਜਿੰਦੇ ਵਿੱਚ 5 ਸਟੂਡੈਂਟਸ ਨੇ ਆਲਰੇਡੀ ਇਨਰੋਲ ਕਰ ਰਿਹਾ ਹੈ ਤੇ ਮੈਂ ਹੁਣੇ ਹੀ ਸਟਾਰਟ ਕੀਤਾ। ਤਾਂ ਇਸ ਕਰਕੇ ਮੇਰੇ ਕੋਲ ਜ਼ਿਆਦਾ ਹੀ ਐਡਵਰਟਾਈਜ਼ਮੈਂਟ ਦਾ ਤਾਂ ਉਹ ਸਭ ਕੁਝ ਨਹੀਂ ਹੈ। ਤੁਹਾਡੇ ਲਈ 3 ਡੇਜ਼ ਫ੍ਰੀ ਡੈਮੋ ਕਲਾਸ ਲਿਆਈ ਜਾਏਗੀ ਫਰੋਮ 20th of March। ਤੇ ਜਿਹੜਾ ਤੁਹਾਡਾ ਬੈਚ ਦਾ ਸਟੱਡੀ ਮਟੀਰੀਅਲ ਹੈ, ਤੁਹਾਨੂੰ ਟੈਸਟ ਸੀਰੀਜ਼ ਵਗੈਰਾ ਮਿਲਣੀ ਹੈ, ਉਹਦੀ ਪ੍ਰੈਪਰੇਸ਼ਨ ਵਿੱਚ ਮੇਰਾ ਥੋੜਾ ਜਿਹਾ ਟਾਈਮ ਜਾ ਰਿਹਾ ਹੈ। ਤਾਂ ਇਸ ਕਰਕੇ ਮੈਨੂੰ ਥੋੜਾ ਜਿਹਾ ਮਾਫ ਕਰਨਾ, ਬਟ ਤੁਹਾਡੇ ਜਿਹੜੇ ਨੈਕਸਟ ਵੀਕ ਤੋਂ ਨੇ ਨਾ ਆ ਸੈਸ਼ਨਸ ਬਿਲਕੁਲ ਰੈਗੂਲਰ ਹੋ ਜਾਣਗੇ ਤੇ ਐਮਸੀਕਿਊਜ਼ ਦੀ ਤਾਂ ਤੁਹਾਡੀ ਸੀਰੀਜ਼ ਪੱਕਾ ਹੀ ਆਏਗੀ। ਜੇ ਆਪਾਂ ਸ਼ੁਰੂ ਕੀਤੀ ਹੈ ਸਫਲਤਾ ਸੀਰੀਜ਼, ਆਪਾਂ ਸ਼ੁਰੂ ਕੀਤੀ ਹੈ ਤਾਂ ਆਪਾਂ ਸਫਲਤਾ ਨਾਲ ਹੀ ਇਹਨੂੰ ਪੂਰਾ ਕਰਾਂਗੇ। ਠੀਕ ਹੈ, ਸਫਲਤਾ ਸੀਰੀਜ਼ ਵਿੱਚ ਤੁਹਾਡੇ ਐਮਸੀਕਿਊਜ਼ ਆਉਂਦੇ ਰਹਿਣਗੇ ਤੇ ਹੋ ਸਕਦਾ ਹੈ ਕਿ ਨੈਕਸਟ ਵੀਕ ਤੋਂ ਤੁਹਾਡੇ ਲਾਈਵ ਸੈਸ਼ਨਸ ਆਣੇ ਸ਼ੁਰੂ ਹੋ ਜਾਣਗੇ। ਮੇਬੀ ਉਦੋਂ ਤੱਕ ਸਬਸਕ੍ਰਾਈਬਰਸ ਪੂਰੇ ਹੋ ਜਾਣ ਤਾਂ ਫਿਰ ਸਾਰੇ ਨੇ ਲਾਈਵ ਹੀ ਅਟੈਂਡ ਕਰਨਾ ਹੈ। ਮੈਂ ਲਾਈਵ ਕੁਐਸਚਨ ਪੁੱਛਿਆ ਕਰਾਂਗੀ ਤਾਂ ਕਿ ਮੈਨੂੰ ਵੀ ਪਤਾ ਚੱਲੇ ਕਿ ਤੁਹਾਨੂੰ ਕਿੰਨਾ ਆਉਂਦਾ ਹੈ, ਕਿਹੜੇ ਟੌਪਿਕ ਵਿੱਚ ਤੁਹਾਨੂੰ ਕੀ ਦਿੱਕਤ ਹੈ, ਤੇ ਉੱਥੇ ਹੀ ਤੁਹਾਨੂੰ ਐਕਸਪਲੇਨੇਸ਼ਨ ਦਿੱਤੀ ਜਾਏਗੀ। ਠੀਕ ਹੈ, ਲਾਈਵ ਇੰਟਰੈਕਸ਼ਨ ਦਾ ਥੋੜਾ ਜਿਹਾ ਫਾਇਦਾ ਹੁੰਦਾ ਹੈ। ਬਾਕੀ ਤੁਹਾਨੂੰ ਟੌਪਿਕ ਦੱਸ ਦਿੱਤੇ ਜਾਇਆ ਕਰਨਗੇ ਕਿ ਕਿਹੜੇ ਟੌਪਿਕ ਦਾ ਅੱਜ ਮੈਂ ਤੁਹਾਡਾ ਲਾਈਵ ਸੈਸ਼ਨ ਲਵਾਂਗੀ, ਤਾਂ ਤੁਸੀਂ ਉਸ ਟੌਪਿਕ ਨੂੰ ਪਹਿਲੇ ਥੋੜਾ ਜਿਹਾ ਰੀਡ ਕਰਕੇ ਆਣਾ ਤਾਂ ਕਿ ਤੁਸੀਂ ਕੁਐਸਚਨਸ ਅਟੈਂਪਟ ਕਰ ਪਾਓ। ਤੇ ਜਿਨ੍ਹਾਂ ਨੇ ਮੇਰਾ ਉਹ ਬੈਚ ਖਰੀਦਿਆ ਹੋਏਗਾ ਆਨਲਾਈਨ ਬੈਚ, ਉਹਨਾਂ ਨੂੰ ਆ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਮੈਂ ਉਹ ਚੀਜ਼ਾਂ ਟੀਚ ਕੀਤੀਆਂ ਹੋਣਗੀਆਂ, ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹ ਚੀਜ਼ ਅਟੈਂਪਟ ਕਰਨੀ ਹੈ। ਠੀਕ ਹੈ, ਨਾਓ ਲੈਟਸ ਮੂਵ ਟੂ ਦ ਨੈਕਸਟ ਥਿੰਗ। ਕੀ ਹੋ ਰਿਹਾ? ਹਾਂ, ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਦਾ ਕਿ ਆਪਣਾ ਜਿਹੜਾ ਆਨਲਾਈਨ ਬੈਚ ਹੈ ਨਾ ਮਾਸਟਰ ਕੈਡਰ ਦਾ, ਆਪਣਾ ਆਨਲਾਈਨ ਬੈਚ 2025 ਵਾਸਤੇ ਆ ਰਿਹਾ। ਵਾਟਸ ਹੈਪਨਿੰਗ? ਹਾਂਜੀ, ਤੇ ਆਪਣਾ ਜਿਹੜਾ ਆਨਲਾਈਨ ਬੈਚ ਹੈ ਨਾ ਸਾਇੰਸ ਦਾ ਮਾਸਟਰ ਕੈਡਰ ਦਾ, ਉਹ ਆਪਣੇ 20th ਮਾਰਚ ਤੋਂ ਫ੍ਰੀ ਡੈਮੋ ਸੈਸ਼ਨ ਸਟਾਰਟ ਹੋਣਗੇ, ਫ੍ਰੀ ਕਲਾਸਿਸ ਹੋਣਗੀਆਂ, ਫ੍ਰੀ ਡੈਮੋ ਸੈਸ਼ਨ ਸਟਾਰਟ ਹੋਣਗੇ। ਆਪਣੇ 3 ਦਿਨ ਦੇ ਫ੍ਰੀ ਡੈਮੋ ਸੈਸ਼ਨ ਹੈ। ਠੀਕ ਹੈ, 3 ਦਿਨ ਤੁਹਾਨੂੰ ਕੋਈ ਮਨੀ ਨਹੀਂ ਦੇਣੀ ਹੈ ਪਰਚੇਸ ਕਰਨ ਵਾਸਤੇ ਬੈਚ ਨੂੰ। ਇਹ ਕਿੱਥੇ ਲਾਈਵ ਸੈਸ਼ਨਸ ਹੋਣਗੇ ਉਹਦਾ ਲਿੰਕ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਸ਼ੇਅਰ ਕਰਾਂਗੀ ਕਿ ਆਪਣੇ ਲਾਈਵ ਕਦੋਂ ਹੋਣਗੇ। ਪਰ ਆਪਣਾ ਇਹ ਬੈਚ ਸਟਾਰਟ ਹੋਣ ਜਾ ਰਿਹਾ ਜਿੰਦੇ ਵਿੱਚ ਕਿ ਤੁਹਾਨੂੰ ਡੇਲੀ ਲਾਈਵ ਕਲਾਸਿਸ ਮਿਲਣਗੀਆਂ, ਪ੍ਰੈਕਟਿਸ ਸੈਸ਼ਨਸ ਮਿਲਣਗੇ, ਫਿਰ ਤੁਸੀਂ ਮੇਰੇ ਨਾਲ ਇੰਟਰੈਕਟ ਕਰ ਸਕਦੇ ਹੋ ਕਿ ਜਿਹੜਾ ਤੁਹਾਨੂੰ ਕੁਐਸਚਨ ਨਹੀਂ ਸਮਝ ਆਇਆ ਤਾਂ ਡਾਊਟ ਸੋਲਵਿੰਗ ਵੀ ਹੋਏਗੀ। ਵੈਲਿਡਿਟੀ ਅਨਲਿਮਿਟਿਡ ਹੋਏਗੀ ਕਿ ਜਦੋਂ ਤੱਕ ਤੁਹਾਡਾ ਐਗਜ਼ਾਮ ਨਹੀਂ ਹੋ ਜਾਂਦਾ ਉਦੋਂ ਤੱਕ ਤਾਂ ਹੈ ਹੀ, ਬਟ ਉਸ ਤੋਂ ਬਾਅਦ ਵੀ ਜਦੋਂ ਮੈਂ ਟੀਚ ਕਰ ਰਹੀ ਹਾਂ ਕਿਸੇ ਬੱਚੇ ਦਾ ਪੇਪਰ ਨਹੀਂ ਕਲੀਅਰ ਹੁੰਦਾ ਤਾਂ ਉਹ ਆਪਦੀ ਸਟੱਡੀ ਕੰਟੀਨਿਊ ਕਰ ਸਕਦਾ। ਮਤਲਬ ਇੱਕ ਵਾਰੀ ਜਿਹਨੇ ਪਰਚੇਸ ਕਰ ਲਿਆ ਮਾਸਟਰ ਕੈਡਰ ਦੀ ਜਿਹੜੀ ਵੈਲਿਡਿਟੀ ਹੈ ਇੱਥੇ ਉਹ ਅਨਲਿਮਿਟਿਡ ਹੈ। ਠੀਕ ਹੈ, ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਜਿਹੜੀ ਨਵੀਂ ਪਲਾਨ ਕੀਤੀ ਹੈ, ਜਿਹੜਾ ਕਿ ਕੋਈ ਨਹੀਂ ਕਰਦਾ ਆਨਲਾਈਨ ਸੈਸ਼ਨ ਵਿੱਚ, ਕਿ ਆਪਾਂ ਨਾ ਵੀਕਲੀ ਆਫਲਾਈਨ ਮੀਟਅਪ ਪਲਾਨ ਕੀਤਾ ਹੈ। ਜਦੋਂ ਜਿਹੜੇ ਸਟੂਡੈਂਟ ਨੂੰ ਰਿਕੁਆਇਰਮੈਂਟ ਹੋਏਗੀ ਉਹ ਵੀਕਲੀ ਆਪਾਂ ਸੰਡੇ ਦਾ ਜਾਂ ਵਿੱਚੋਂ ਇੱਕ ਦਿਨ ਟਾਈਮ ਰੱਖਿਆ ਕਰਾਂਗੇ ਜਦੋਂ ਤੁਸੀਂ ਆਪਦੇ ਡਾਊਟ ਪੁੱਛ ਸਕਦੇ ਹੋ। ਤੇ ਤੁਹਾਡੀ ਵੀਕਲੀ ਟੈਸਟ ਸੀਰੀਜ਼ ਵੀ ਹੋਇਆ ਕਰੇਗੀ। ਇਹ ਆਨਲਾਈਨ ਵੀ ਹੋ ਸਕਦੀ ਹੈ, ਆਫਲਾਈਨ ਵੀ ਹੋ ਸਕਦੀ ਹੈ। ਮੈਨੂੰ ਨਾ 2 ਸਟੂਡੈਂਟਸ ਨੇ ਆ ਪੁੱਛਿਆ ਸੀ ਕਿ ਮੈਮ ਸਿਰਫ ਟੈਸਟ ਸੀਰੀਜ਼ ਲੈਣੀ ਹੋਏ ਤਾਂ ਜਿਹੜੀ ਸਿਰਫ ਡੇਲੀ ਦੀ ਟੈਸਟ ਸੀਰੀਜ਼ ਹੈ
ਉਹ ਤੁਹਾਡੀ ਅਪ੍ਰੈਲ ਵਿੱਚ ਸਟਾਰਟ ਹੋਏਗੀ, ਠੀਕ ਹੈ, ਕਿਉਂਕਿ ਉਹਦਾ ਬਹੁਤ ਸਾਰਾ ਕੰਟੈਂਟ ਮਟੀਰੀਅਲ ਮੈਂ ਰੈਡੀ ਕਰਨਾ ਹੈ। ਬਾਕੀ ਜਿਹੜੇ ਵੀਕਲੀ ਟੈਸਟ ਨੇ, ਜਿਹੜੇ ਬੱਚੇ ਬੈਚ ਪਰਚੇਸ ਕਰਨਗੇ ਉਹਨਾਂ ਦੇ ਹੁੰਦੇ ਰਹਿਣਗੇ, ਤੇ ਉਸ ਤੋਂ ਬਾਅਦ ਜਿਹੜੇ ਡੇਲੀ ਟੈਸਟ ਸੀਰੀਜ਼ ਆਉਣਗੀਆਂ ਬਾਅਦ ਵਿੱਚ, ਜਿਨ੍ਹਾਂ ਨੇ ਬੈਚ ਪਰਚੇਸ ਕੀਤਾ ਹੋਇਆ ਉਹਨਾਂ ਵਾਸਤੇ ਸਾਰਾ ਕੁਝ ਵਿੱਚ ਹੀ ਇੰਕਲੂਡਡ ਹੈ। ਜਦੋਂ ਤੁਸੀਂ ਇੱਕ ਵਾਰੀ ਇਨਵੈਸਟ ਕਰਤਾ, ਤੁਹਾਨੂੰ ਟੈਸਟ ਸੀਰੀਜ਼ ਅਲੱਗ ਤੋਂ ਪਰਚੇਸ ਕਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਰੈਗੂਲਰ ਟੈਸਟ ਹੋਇਆ ਕਰਨਗੇ ਤਾਂ ਉਹ ਤੁਹਾਨੂੰ ਵੀ, ਤੁਹਾਡੇ ਤੋਂ ਵੀ ਲੈ ਲਿੱਤੇ ਜਾਣਗੇ। ਤਾਂ ਇਸ ਚੀਜ਼ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਕਿ ਯੂ ਨੀਡ ਟੂ ਇਨਵੈਸਟ ਸੈਪਰੇਟਲੀ ਫॉर ਟੈਸਟ ਸੀਰੀਜ਼। ਤਾਂ ਐਵੇਂ ਦਾ ਕੁਝ ਨਹੀਂ ਹੋਏਗਾ, ਤੁਹਾਨੂੰ ਟੈਸਟ ਸੀਰੀਜ਼ ਵਾਸਤੇ ਕੁਝ ਅਲੱਗ ਇਨਵੈਸਟ ਨਹੀਂ ਕਰਨਾ ਹੋਏਗਾ। ਹਾਂ, ਬਟ ਜਿਹੜੇ ਸਟੂਡੈਂਟਸ ਨੇ ਕੱਲੀ ਟੈਸਟ ਸੀਰੀਜ਼ ਲੈਣੀ ਹੈ ਤਾਂ ਧਿਆਨ ਰੱਖਣਾ ਉਹ ਟੈਸਟ ਸੀਰੀਜ਼ ਸ਼ੁਰੂ ਹੋਏਗੀ ਅਪ੍ਰੈਲ ਤੋਂ, ਠੀਕ ਹੈ। ਤੇ ਦੂਸਰੀ ਜਿਹੜੀ ਆਪਣੀ ਚੀਜ਼ ਹੈ ਕਿ ਆਪਣੀ ਜਿਹੜੀ ਆ ਕਲਾਸ ਦੀ, ਮੰਨ ਲਓ ਤੁਸੀਂ ਇੱਕ ਸੈਸ਼ਨ ਅਟੈਂਡ ਨਹੀਂ ਕਰ ਪਾਏ ਤਾਂ ਨੈਕਸਟ ਡੇ ਤੁਹਾਨੂੰ ਕਲਾਸ ਦੀ ਰਿਕਾਰਡਿੰਗ ਮਿਲ ਜਾਏਗੀ। ਬਟ ਜਦੋਂ ਤੁਸੀਂ ਦੇਖਣਾ ਹੈ ਉਦੋਂ ਹੀ ਤੁਸੀਂ ਮੈਮ ਤੋਂ ਰਿਕਾਰਡਿੰਗ ਮੰਗੋਗੇ, ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਕਿ ਤੁਸੀਂ ਹੁਣ ਧਿਆਨ ਨਾਲ ਨਾ ਦੇਖੋ, ਹੈ ਨਾ, ਲੈਕਚਰ ਨੂੰ। ਇੱਕ ਨਾ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਲੋਕ ਨਾ ਵਾਰੀ-ਵਾਰੀ ਸੈਸ਼ਨਸ ਦੇਖਣ ਵਾਸਤੇ ਅਲਾਉ ਕਰ ਦਿੰਦੇ ਆ, ਬਟ ਜੇ ਤੁਸੀਂ ਇੱਕ ਵਾਰੀ ਉਦੋਂ ਨਹੀਂ ਸਮਝਿਆ ਨਾ, ਤੁਸੀਂ ਦੁਬਾਰਾ ਵੀ ਨਹੀਂ ਸਮਝੋਗੇ। ਅਟੈਂਟਿਵ ਹੋ ਕੇ ਸਮਝਣਾ, ਤੁਹਾਨੂੰ ਉਦੋਂ ਹੀ ਵੀਡੀਓ ਰਿਕਾਰਡਡ ਦਿੱਤੀ ਜਾਏਗੀ ਜਦੋਂ ਤੁਸੀਂ ਪੜ੍ਹਨਾ ਹੋਏਗਾ, ਠੀਕ ਹੈ। ਵੈਸੇ ਨਹੀਂ ਤਾਂ ਲਾਈਵ ਸੈਸ਼ਨਸ ਹੀ ਹੋਇਆ ਕਰਨਗੇ। ਤੇ ਦੂਸਰੀ ਗੱਲ ਹੈ ਕਿ ਨੋਟਸ, ਵੈਸੇ ਤਾਂ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਆਪਦੇ ਬਣਾਉਣੇ ਚਾਹੀਦੇ ਆ, ਬਟ ਮੇਰੇ ਵੀ ਆਪਦੇ ਨੋਟਸ ਨੇ ਜਿਹੜੇ ਤੁਹਾਨੂੰ ਲੈਕਚਰ ਵਿੱਚ ਸ਼ੇਅਰ ਕੀਤੇ ਜਾਣਗੇ, ਠੀਕ ਹੈ। ਤੇ ਇਹ ਸਾਰੀ ਚੀਜ਼ਾਂ ਦੀ ਹੁਣ ਤੁਹਾਨੂੰ ਇਸ ਚੀਜ਼ ਦੀ ਕੋਈ ਸਿਰਦਰਦੀ ਨਹੀਂ ਹੈ ਕਿ ਮੈਮ ਕੋਈ ਬੁੱਕ ਖਰੀਦਣੀ ਹੈ, ਕਿਸੇ ਬੁੱਕ ਤੋਂ ਪੜ੍ਹੀਏ। देयर इज नो नीड। ਜੇ ਤੁਸੀਂ ਆ ਬੈਚ ਪਰਚੇਸ ਕੀਤਾ ਫਿਰ ਤੁਹਾਨੂੰ ਕੋਈ ਨੀਡ ਨਹੀਂ ਹੈ ਕੋਈ ਵੀ ਬੁੱਕ ਲੈਣ ਦੀ। दिस इज अ वन स्टॉप सोल्यूशन फॉर बॉटनी, zoology ਤੇ ਕੈਮਿਸਟਰੀ। ਤੇ ਕੈਮਿਸਟਰੀ ਦੇ ਲੈਕਚਰਸ ਆਪਾਂ ਹਲੇ ਇਸ ਚੈਨਲ ਤੇ ਲਿੱਤੇ ਨਹੀਂ ਹੈ, ਬਟ ਆਪਾਂ ਜਿਹੜੇ ਜਦੋਂ ਡੈਮੋ ਕਲਾਸ ਲਿਆਵਾਂਗੇ ਉਹੀ ਤੁਹਾਡਾ ਫਰਸਟ ਲੈਕਚਰ ਹੋਏਗਾ। ਸਭ ਤੋਂ ਪਹਿਲੇ ਆਪਾਂ ਕੈਮਿਸਟਰੀ ਤੋਂ ਹੀ ਸ਼ੁਰੂਆਤ ਕਰਾਂਗੇ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਬੈਚ ਪਰਚੇਸ ਕਰਨਾ ਹੈ ਕਿ ਨਹੀਂ। ਜਿਹੜਾ ਆਪਣਾ ਵਨ ਸਟॉप ਸੋਲੂਸ਼ਨ ਹੈ ਫॉर ਬੋਟਨੀ, zoology ਐਂਡ ਕੈਮਿਸਟਰੀ, ਇਹ ਟੋਟਲ ਜਿਹੜਾ ਹੈ ਤੁਹਾਡਾ ਕੋਰਸ 11,000 ਰੁਪੀਜ਼ ਵਿੱਚ ਹੋਏਗਾ। ਐਂਡ ਜਿਹੜੀ ਜੇ ਤੁਸੀਂ ਅਲੱਗ-ਅਲੱਗ ਸਬਜੈਕਟ ਲੈਣਾ ਚਾਹ ਰਹੇ ਹੋ, ਸਿਰਫ ਬੋਟਨੀ 5,000 ਦੀ ਹੈ, ਸਿਰਫ ਜਿਹੜੀ ਆਪਣੀ zoology ਆ ਉਹ ਵੀ 5,000 ਦੀ ਹੈ, ਤੇ ਜੇ ਤੁਸੀਂ ਸਿਰਫ ਉਹ ਲੈਣੇ ਹੋ ਆਪਣਾ ਆਹ ਵਾਲਾ ਕੈਮਿਸਟਰੀ ਤਾਂ ਉਹ 6,000 ਦਾ ਹੈ। ਬਟ ਜੇ ਤੁਸੀਂ ਕੀ ਕਰਦੇ ਹੋ, ਜੇ ਤੁਸੀਂ ਬੋਟਨੀ ਤੇ zoology ਦੋਵੇਂ ਕੰਬੋ ਵਿੱਚ ਲੈਣੇ ਹੋ, ਦੋਵੇਂ ਤੁਹਾਨੂੰ ਚਾਹੀਦਾ ਬੋਟਨੀ ਤੇ zoology, ਫਿਰ ਇਹਦਾ ਪ੍ਰਾਈਸ ਰਿਡਿਊਸ ਹੋ ਕੇ 700 ਹੋ ਜਾਂਦਾ, 10,000 ਨਹੀਂ ਰਹਿੰਦਾ, ਇਹ 2,500 ਤੋਂ ਤੁਹਾਨੂੰ ਡਿਸਕਾਊਂਟ ਮਿਲ ਰਿਹਾ। ਤੇ ਤੀਸਰੀ ਚੀਜ਼, ਜੇ ਤੁਸੀਂ ਇਹਦੇ ਨਾਲ ਹੀ ਕੈਮਿਸਟਰੀ ਦਾ ਵੀ ਪਰਚੇਸ ਕਰਦੇ ਹੋ ਤੇ ਤਿੰਨਾਂ ਦਾ ਕੰਬੋ ਤੁਹਾਨੂੰ 11,000 ਵਿੱਚ ਮਿਲ ਜਾਂਦਾ। ਬਟ ਜੇ ਤੁਸੀਂ ਸੈਪਰੇਟਲੀ ਸਿਰਫ ਕੈਮਿਸਟਰੀ ਦਾ ਬੈਚ ਲੈਣਾ ਹੈ then it will be of 6,000, ਠੀਕ ਹੈ। I think I am very clear। ਇੱਥੇ ਸਾਰੇ ਤੁਹਾਡੇ ਸੈਸ਼ਨਸ ਬਹੁਤ ਵਧੀਆ ਤਰੀਕੇ ਨਾਲ ਕਰਾਏ ਜਾਣਗੇ। ਹੁਣ ਵਧਦੇ ਆਪਾਂ ਆਪਣੇ ਪਹਿਲੇ ਕੁਐਸਚਨ ਦੀ ਤਰਫ, ਠੀਕ ਹੈ। ਸੋ ਲੈਟਸ ਮੂਵ ਟੂ ਦਾ ਫਰਸਟ ਕੁਐਸਚਨ। ਤੇ ਆਪਣਾ ਪਹਿਲਾ ਕੁਐਸਚਨ ਜਿਹੜਾ ਸਕਰੀਨ ਤੇ ਹੈ ਉਹ ਹੈ, what is the connecting link between living and non-living? ਆ ਚੀਜ਼ ਕੀ ਹੋ ਰਹੀ ਹੈ, let me check। ਦੁਬਾਰਾ ਤੋਂ ਆਪਾਂ ਸਟਾਰਟ ਕਰਦੇ ਹਾਂ। ਮੈਂ ਤੁਹਾਨੂੰ ਕੁਐਸਚਨ ਬੋਲ ਦਾਂਗੀ, ਮੈਨੂੰ ਪਤਾ ਹੀ ਹੈ ਵੈਸੇ ਕਿ ਜੇ ਤੁਹਾਨੂੰ ਕੋਈ ਦਿੱਕਤ ਆਈ ਤਾਂ ਆਈ ਡੋਂਟ ਨੋ ਇਹ ਕਲੋਜ਼ ਕਿਵੇਂ ਹੋਏਗਾ। ਚਲੋ ਆਪਾਂ ਸਟਾਰਟ ਕਰਦੇ ਹਾਂ ਕਿਉਂਕਿ ਇਟ ਵਿਲ ਵੇਸਟ ਅ ਲੋਟ ਆਫ ਟਾਈਮ। ਸੋ what is the connecting link between living and non-living organism ਵਿੱਚ ਆਪਣਾ connecting link ਕਿਹੜਾ ਹੈ? ਵਾਇਰਸ ਹੈ, ਬੈਕਟੀਰੀਆ ਹੈ, ਐਲਗੀ ਹੈ, ਵਾਇਰੋਇਡਸ ਨੇ। ਤਾਂ ਮੈਂ ਤੁਹਾਨੂੰ ਕੀ ਕਿਹਾ ਸੀ ਸਭ ਤੋਂ ਪਹਿਲੇ ਕਿ ਜਿਹੜਾ ਵਾਇਰਸ ਹੈ ਉਹ ਆਪਣਾ ਕੀ ਹੈ, ਲਿਵਿੰਗ ਨਹੀਂ ਹੈਗਾ। ਜਿਹੜਾ ਆਪਣਾ ਵਾਇਰਸ ਹੈ that is not completely living, ਕਿਉਂਕਿ ਇੱਕ ਲਿਵਿੰਗ ਹੋਣ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ, ਇੱਕ ਸੈੱਲ ਚਾਹੀਦਾ ਹੈ। ਮਤਲਬ ਕਿ ਜਿਹੜਾ ਇੱਕ ਯੂਨੀਸੈਲੂਲਰ ਆਰਗੈਨਿਜ਼ਮ ਹੋਏਗਾ, ਸੈਲ ਥਿਊਰੀ ਦੇ ਅਕੋਰਡਿੰਗ ਆਪਾਂ ਉਹਨੂੰ ਹੀ ਲਿਵਿੰਗ ਕਹਿ ਸਕਦੇ ਹਾਂ, ਹਨਾ। ਇੱਕ ਯੂਨੀਸੈਲੂਲਰ ਆਰਗੈਨਿਜ਼ਮ ਹੋਣਾ ਚਾਹੀਦਾ ਅਕੋਰਡਿੰਗ ਟੂ ਸੈਲ ਥਿਊਰੀ। ਤੇ ਆਪਾਂ ਆ ਵੀ ਕੀਤਾ ਸੀ ਕਿ ਸੈਲ ਥਿਊਰੀ ਦੀ ਐਕਸੈਪਸ਼ਨ ਕੌਣ ਹੈ, ਤਾਂ ਵਾਇਰਸ ਤੇ ਵਾਇਰੋਇਡਸ ਸੈਲ ਥਿਊਰੀ ਦੀ ਐਕਸੈਪਸ਼ਨਸ ਨੇ। ਪਰ ਜੇ ਕਿ ਆਪਾਂ ਕਹੀਏ ਕਿ what is the connecting link between living and non-living, ਤੇ living and non-living ਵਿੱਚ ਜਿਹੜਾ ਕਨੈਕਟਿੰਗ ਲਿੰਕ ਹੋਏਗਾ, ਲਿਵਿੰਗ ਐਂਡ ਨॉन ਲਿਵਿੰਗ ਵਿੱਚ ਜਿਹੜਾ ਕਨੈਕਟਿੰਗ ਲਿੰਕ ਹੋਏਗਾ ਉਹ ਹੋਏਗਾ ਵਾਇਰਸ। ਜਿਹੜਾ ਬੈਕਟੀਰੀਆ ਹੈ, ਬੈਕਟੀਰੀਆ ਕੀ ਹੈ, ਇੱਕ ਯੂਨੀਸੈਲੂਲਰ
यूनिसैल्यूलर ऑर्गेनिज्म है तो यूनिसैल्यूलर ऑर्गेनिज्म की कर सकता है, यूनिसैल्यूलर ऑर्गेनिज्म कैन एग्जिस्ट इंडिपेंडेंटली। यूनिसैल्यूलर जिहड़ा ऑर्गेनिज्म है वो इंडिपेंडेंटली की कर सकता है, एग्जिस्ट कर सकता है, ठीक है। बाकी जिहड़ा एल्गी है ये तो आई मल्टी सैलुलर ऑर्गेनिज्म विच गया, ठीक है। हुण जिहड़ा अपना वायरस है उन्होंने ਆਪਾਂ पर कनैक्टिंग लिंक क्या क्यों मैम, ये तो लिविंग नहीं है पर ये कंप्लीटली नॉन लिविंग भी नहीं है। क्यों ये कंप्लीटली नॉन लिविंग क्यों नहीं है, क्योंकि जिहड़ा अपना जदों ये होस्ट के अंदर एंटर करता है, जिहड़ा होस्ट के अंदर जदों ये एंटर करता है वायरस तो ये की करता है उस सैल की मशीनरी नूं आपदे काबू च कर लैंदा है, ठीक है। उस सैल की मशीनरी नूं आपदे काबू च कर लैंदा ते सैल उहदे हिसाब नाल ही फिर फंक्शन करता है। ये की हुंदा है वायरस। ते इस करके जिहड़ा नॉन लिविंग होए, वैसे मान लो टेबल ते पिया होया वायरस ये नॉन लिविंग है बट जिवें तुहाडी बॉडी दे अंदर एंटर करेगा ये तुहाडी मशीनरी नूं की कर लेगा, हाईजैक कर लेगा। इहनूं आपां की कहने हाईजैक योर सैलुलर मशीनरी ते फिर तुहाडे विच डिफरेंट बीमारियां कोर्स करेगा। जिवें हुण कोविड का वायरस है ना, वो टच करन नाल अपनी बॉडी दे अंदर चला जांदा सी बट की है कि जदों अपनी बॉडी दे अंदर जांदा सी उदों ही अपने वास्ते हार्मफुल सी ना। जे एवें कोई दूर पिया हो वायरस फिर तो आपां नूं हार्मफुल नहीं सी क्योंकि वो की है नॉन लिविंग है। पर तुसी ये चीज याद रखनी है कि लिविंग ते नॉन लिविंग विच जिहड़ा कनैक्टिंग लिंक है वो कौन है, कनैक्टिंग लिंक है अपना वायरस, क्योंकि वो की करदा तुहाडी सैलुलर मशीनरी नूं हाईजैक कर लैंदा है, ठीक है। फिर आ गए आप दूसरे क्वेश्चन पे, लेट्स मूव टू द नेक्स्ट क्वेश्चन। नेक्स्ट क्वेश्चन है विच ऑफ द फॉलोइंग इज डिफाइनिंग फीचर ऑफ लिविंग ऑर्गेनिज्म। लिविंग ऑर्गेनिज्म का डिफाइनिंग फीचर की है। हुणे मैं तुहानू एक गल कही कि एक ये यूनिसैलुलर जिहड़ा ऑर्गेनिज्म है वो लिविंग होएगा, है ना। मतलब कि जिहड़ा भी नॉन लिविंग है उहदे विच सैल तो नहीं है, मतलब कि जिहड़ी सैलुलर ऑर्गेनाइजेशन होई वो की है एक डिफाइनिंग फीचर है, वो की है एक डिफाइनिंग फीचर है, ठीक है। दूसरी जो आप चीज करिए कॉन्शियसनेस, दूसरी आप गल करिए कॉन्शियसनेस। कॉन्शियसनेस की है, हुण मान लो कोई एवें आ माउस है, ठीक है। हुण इहदी कोई कॉन्शियसनेस नहीं है, एक काम तो कर रहा है, कोई ना कोई फंक्शन तो परफॉर्म कर रहा है पर क्यों कर रहे हैं, क्योंकि जब आप करवा रहे हैं उदों ही फंक्शन परफॉर्म कर सकता है, ठीक है। वैसे कोई फंक्शन है परफॉर्म नहीं कर सकता, अपने विच कॉन्शियसनेस है ना, अपने विच कॉन्शियसनेस है, अपन नूं पता चलता है कि अपने आले दुआले की चल रहे हैं, की प्रोसैसिस हो रही ने, तो वो की है एक लिविंग ऑर्गेनिज्म का डिफाइनिंग फीचर है कि कॉन्शियसनेस। कॉन्शियसनेस इज ऑल्सो द डिफाइनिंग फीचर ऑफ लिविंग ऑर्गेनिज्म। दूसरा है मेटाबॉलिज्म। हुण तुहाडे विच जदों आपां मैं तुहानूं पढ़ा रही हाँ है ना, हुण मेरी बॉडी नूं एनर्जी भी चाहिए पढ़ाने वास्ते, तो कुछ ना कुछ अंदर सैलुलर प्रोसैसिस हो रही ने, मैं सांस भी ले रही हाँ तो कुछ ना कुछ सैलुलर प्रोसैसिस अंदर हो रही है, ऑक्सीजन जा रही है अंदर, वो कार्बोहाइड्रेट्स प्रोटीन्स फैट्स नाल रिएक्ट कर रही है, फिर वो एनर्जी बना रही है, एनर्जी बना रही है, तो मैं तां ही ਤੁਹਾਨੂੰ पढ़ा पा रही हैं। या जे तुसी सुन पा रहे हो, तुहाडे विच सुनन दी एनर्जी है तां ही तुसी सुन पा रहे हो, समझ पा रहे हो लैक्चर नूं, ते एक ही चीज़ होगी अपनी मेटाबॉलिज्म। ते ये सारियां दी सारियां चीज़ां की ने डिफाइनिंग फीचर ने लिविंग ऑर्गेनिज्म दा, कि आ जे चीज़ां होणगियां तां ही ऑर्गेनिज्म नूं की मन्निया जाएगा, लिविंग मन्निया जाएगा। पर तुसी कहोगे जिहड़े ऑर्गेनिक जिहड़े लिविंग ऑर्गेनिज्म है वो तो ग्रोथ भी करदा मैम, तो फिर ये नहीं करैक्टरिस्टिक होया लिविंग ऑर्गेनिज्म का? बिल्कुल होया, एक करैक्टरिस्टिक होया लिविंग ऑर्गेनिज्म का, पर इनू आपां डिफाइनिंग करैक्टरिस्टिक नहीं कह सकते, ठीक है। एक करैक्टरिस्टिक जरूर है पर आपां इनू डिफाइनिंग करैक्टरिस्टिक नहीं कह सकते। क्यों? क्योंकि मान लो एक पहाड़ है जिंदे ते बर्फ जम रही है, ठीक है, उहदे ते होर बर्फ जमी गई, ठीक है, तो ग्रोथ है भी कर रहा है, मास तो भी वध रहा है, पर ये डिफाइनिंग फीचर नहीं है ना। नॉन लिविंग का भी मास तो वध सकता है, उनके उत्ते जमी जाए तो पहाड़ वधदा जाएगा, है ना। तां करके जिहड़ा ग्रोथ है वो फीचर है लिविंग ऑर्गेनिज्म का, पर वो डिफाइनिंग फीचर नहीं है, वो की नहीं है, डिफाइनिंग फीचर नहीं है। तो जदों गल आंदी है डिफाइनिंग फीचर की, सिर्फ वही चीज़ वो पर्टिकुलर चीज़ जिहड़ी सिर्फ लिविंग ऑर्गेनिज्म ही कर सके। तो मान लो तुहाडी बॉडी का मैटाबॉलिज्म ना होवे, है ना, तुहाडी बॉडी का मैटाबॉलिज्म रुक जाए, जदों बॉडी का मैटाबॉलिज्म रुक जाता है बेटा,
ਤਾਂ ਇਨਸਾਨ ਹੀ ਰੁਕ ਜਾਂਦਾ ਹੈ, ਕਿਉਂਕਿ ਜੇ ਤੁਹਾਡੀ ਬਾਡੀ ਵਿੱਚ એનર્ਜੀ ਨਹੀਂ ਬਣੇਗੀ, ਕੋਈ ਰਿਐਕਸ਼ਨ ਨਹੀਂ ਹੋਏਗੀ, ਤਾਂ ਤੁਸੀਂ ਲਿਵਿੰਗ ਨਹੀਂ ਗਿਣੇ ਜਾਓਗੇ। ਉਸ ਟਾਈਮ ਤੇ ਜਿਹੜਾ ਪਰਸਨ ਹੈ, ਜਦੋਂ ਉਹਦਾ ਮੈਟਾਬੋਲਿਜ਼ਮ ਸਟਾਪ ਹੋ ਜਾਂਦਾ ਹੈ ਤਾਂ ਪਰਸਨ ਕੀ ਬਣ ਜਾਂਦਾ ਹੈ? ਡੈਡ ਬਣ ਜਾਂਦਾ ਹੈ। ਡੈਡ ਬਾਡੀ ਵਿੱਚ ਕੋਈ ਵੀ ਮੈਟਾਬੋਲਿਕ ਐਕਟੀਵਿਟੀ ਨਹੀਂ ਹੋ ਰਹੀ ਹੁੰਦੀ। ਆਈ ਥਿੰਕ ਆਈ ਐਮ ਵੈਰੀ ਕਲੀਅਰ। ਡੈਡ ਬਾਡੀ ਨੂੰ ਨਹੀਂ ਪਤਾ ਚੱਲਦਾ ਕਿ ਉਹਦੇ ਆਲੇ ਦੁਆਲੇ ਕੀ ਚੱਲ ਰਿਹਾ ਹੈ ਨਾ, ਉਹਦੇ ਆਸ-ਪਾਸ ਕੀ ਚੱਲ ਰਿਹਾ ਉਹਨੂੰ ਨਹੀਂ ਪਤਾ ਹੁੰਦਾ। ਜਾਂ ਜਿਹੜੀ ਸੈਲੂਲਰ ਆਰਗੇਨਾਈਜੇਸ਼ਨ ਹੈ ਉਹ ਵੀ ਕਿੰਦੇ ਵਿੱਚ ਮੌਜੂਦ ਹੈ? ਸਿਰਫ ਲਿਵਿੰਗ ਆਰਗੈਨਿਜ਼ਮ ਵਿੱਚ। ਠੀਕ ਹੈ, ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ। ਹੁਣ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੀ ਤਰਫ। ਜਿਹੜਾ ਆਪਣਾ ਨੈਕਸਟ ਕੁਐਸਚਨ ਹੈ ਉਹ ਹੈ ਕਿ ਜਿਹੜੀ, ਸੌਰੀ ਇਹ ਸਪੈਲਿੰਗ ਗਲਤ ਨੇ, ਇੱਥੇ ਈ ਨਹੀਂ ਆਣਾ ਇੱਥੇ। ਠੀਕ ਹੈ, ਇੱਥੇ ਕੀ ਨਹੀਂ ਆਣਾ? ਈ ਨਹੀਂ ਆਏਗਾ ਇੱਥੇ ਈ ਨਹੀਂ ਆਏਗਾ। ਠੀਕ ਹੈ, ਕੈਰੀਓਲੋਜੀ ਆਪਾਂ ਗੱਲ ਕਰਨੀ ਹੈ ਕੈਰੀਓਲੋਜੀ ਦੀ। ਕੈਰੀਓਲੋਜੀ ਕੀ ਹੈ? ਕੈਰੀਓਲੋਜੀ ਇਜ਼ ਦ ਸਟੱਡੀ ਆਫ, ਤੁਸੀਂ ਇੱਕ ਚੀਜ਼ ਪੜ੍ਹੀ ਸੀ ਜਦੋਂ ਆਪਾਂ ਸੈਲ ਕੀਤਾ ਸੀ, ਪ੍ਰੋਕੈਰੀਓਟ, ਤੇ ਇੱਕ ਚੀਜ਼ ਪੜ੍ਹੀ ਸੀ ਯੂਕੈਰੀਓਟ, ਹਨਾ। ਆਪਾਂ ਕੀ ਕਿਹਾ ਸੀ? ਜਿਹੜੇ ਪ੍ਰੋਕੈਰੀਓਟਿਕ ਸੈਲ ਨੇ ਜਾਂ ਯੂਕੈਰੀਓਟਿਕ ਸੈਲ ਨੇ ਜਾਂ ਪ੍ਰੋਕੈਰੀਓਟ ਆਰਗੈਨਿਜ਼ਮ ਨੇ ਜਾਂ ਯੂਕੈਰੀਓਟ ਆਰਗੈਨਿਜ਼ਮ ਨੇ, ਉਹਨਾਂ ਦਾ ਪ੍ਰੋਕੈਰੀਓਟ ਦਾ ਆਪਾਂ ਸਭ ਤੋਂ ਪਹਿਲੇ ਡਿਫਰੈਂਸੀਏਸ਼ਨ ਕੀ ਕੀਤੀ ਸੀ ਕਿ ਇਹਦਾ ਜਿਹੜਾ ਵੈਲ ਡਿਫਾਈਨਡ ਨਿਊਕਲੀਅਸ ਹੈ, ਜਿਹੜਾ ਵੈਲ ਡਿਫਾਈਨਡ ਨਿਊਕਲੀਅਸ ਹੈ ਉਹ ਕੀ ਹੁੰਦਾ? ਇਹਦੇ ਚ ਐਬਸੈਂਟ ਹੁੰਦਾ ਹੈ। ਵੈਲ ਡਿਫਾਈਨਡ ਨਿਊਕਲੀਅਸ ਕੀ ਹੁੰਦਾ? ਇਹਦੇ ਚ ਐਬਸੈਂਟ ਹੁੰਦਾ ਹੈ। ਤੇ ਇਹਦੇ ਵਿੱਚ ਜਿਹੜਾ ਆਪਣਾ ਵੈਲ ਡਿਫਾਈਨਡ ਨਿਊਕਲੀਅਸ ਹੈ, ਵੈਲ ਡਿਫਾਈਨਡ ਨਿਊਕਲੀਅਸ ਹੈ ਉਹ ਪ੍ਰੈਜ਼ੈਂਟ ਹੁੰਦਾ ਹੈ ਨਾ। ਤੇ ਆਪਾਂ ਕਿੰਦੇ ਬੇਸ ਤੇ ਕੀਤੀ ਸੀ ਆ ਚੀਜ਼? ਆਪਾਂ ਇਹ ਬੇਸਿਸ ਕਿੰਦਾ ਸੀ? ਨਿਊਕਲੀਅਸ ਦਾ। ਤਾਂ ਮਤਲਬ ਕੈਰੀਓਲੋਜੀ ਕੀ ਹੈ? ਸਟੱਡੀ ਆਫ ਨਿਊਕਲੀਅਸ। ਕੈਰੀਓਲੋਜੀ ਕੀ ਹੋਏਗੀ? ਸਟੱਡੀ ਆਫ ਨਿਊਕਲੀਅਸ। ਕੈਰੀਓਨ ਦਾ, ਇੱਕ ਕੈਰੀਓਨ ਦਾ ਮਤਲਬ ਕੀ ਹੁੰਦਾ ਹੈ? ਕੈਰੀਓਨ ਦਾ ਮਤਲਬ ਹੁੰਦਾ ਹੈ ਨਿਊਕਲੀਅਸ। ਤੇ ਜਦੋਂ ਆਪਾਂ ਪ੍ਰੋਕੈਰੀਓਟ ਨੂੰ ਡਿਫਾਈਨ ਕਰਦੇ ਹਾਂ, ਪ੍ਰੋ ਮੀਨਸ ਪ੍ਰਿਮਿਟਿਵ, ਮਤਲਬ ਜਿੰਦਾ ਨਿਊਕਲੀਅਸ ਪ੍ਰਿਮਿਟਿਵ ਹੋਵੇ ਉਹ ਪ੍ਰੋਕੈਰੀਓਟ, ਤੇ ਜਿੰਦੇ ਵਿੱਚ ਟਰੂ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਹੈ, ਜਿੰਦੇ ਵਿੱਚ ਟਰੂ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ? ਯੂਕੈਰੀਓਟ। ਆਈ ਥਿੰਕ ਆਈ ਐਮ ਵੈਰੀ ਕਲੀਅਰ। ਉਸ ਤੋਂ ਬਾਅਦ ਕੈਰੀਓਲੋਜੀ ਇਜ਼ ਦ ਸਟੱਡੀ ਆਫ ਨਿਊਕਲੀਅਸ, ਆਪਾਂ ਨੂੰ ਪਤਾ ਚੱਲ ਗਿਆ। ਹੁਣ ਜਿਹੜੀ ਆਪਣੀ ਸਟੱਡੀ ਆਫ ਸੈਲ ਉਹਨੂੰ ਆਪਾਂ ਕੀ ਕਹਿੰਦੇ ਆ? ਸਾਈਟੋਲੋਜੀ। ਸਟੱਡੀ ਆਫ ਸੈਲ ਨੂੰ ਕੀ ਕਹਿੰਦੇ ਆ ਆਪਾਂ? ਸਾਈਟੋਲੋਜੀ। ਦੂਸਰੀ ਚੀਜ਼ ਸਟੱਡੀ ਆਫ ਨਿਊਕਲੀਅਸ ਹੋ ਗਿਆ ਕੈਰੀਓਲੋਜੀ। ਤੇ ਡੀਐਨਏ ਬਾਰੇ ਆਪਾਂ ਕਿਹਦੇ ਵਿੱਚ ਪੜ੍ਹਦੇ ਹਾਂ? ਡੀਐਨਏ ਬਾਰੇ ਆਪਾਂ ਪੜ੍ਹਦੇ ਹਾਂ ਜੈਨੇਟਿਕਸ ਵਿੱਚ। ਡੀਐਨਏ ਬਾਰੇ ਆਪਾਂ ਕਿੰਦੇ ਵਿੱਚ ਪੜ੍ਹਦੇ ਹਾਂ? ਜੈਨੇਟਿਕਸ ਵਿੱਚ ਜਾਂ ਇਨਹੈਰੀਟੈਂਸ ਵਿੱਚ। ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ। ਲੈਟਸ ਮੂਵ ਟੂ ਦ ਨੈਕਸਟ ਕੁਐਸਚਨ। ਆਪਣਾ ਨੈਕਸਟ ਕੁਐਸਚਨ ਕੀ ਹੈ? The ultimate source of variation, ultimate source of variation ਕੀ ਹੈ? ਇਹ ਨਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਇਹਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ। ਦੇਖੋ ਆਪਣੀ ਨਾ ਇੱਕ ਤਾਂ ਹੁੰਦੀ ਹੈ ਕਿ ਆ ਸਾਰੀਆਂ ਚੀਜ਼ਾਂ ਨੇ, ਨੈਚੁਰਲ ਸਿਲੈਕਸ਼ਨ, ਸੈਕਸ਼ੂਅਲ ਰਿਪਰੋਡਕਸ਼ਨ ਤੇ ਮਿਊਟੇਸ਼ਨ, ਹਨਾ। ਹੁਣ ਜਿਵੇਂ ਮੰਨ ਲਓ ਤੁਸੀਂ ਇਨਵਾਇਰਨਮੈਂਟ ਵਿੱਚ ਰਹਿੰਦੇ ਹੋ, ਹਨਾ, ਆਪਾਂ ਇੱਕ ਇਕੋਸਿਸਟਮ ਵਿੱਚ ਰਹਿੰਦੇ ਹਾਂ, ਇਨਵਾਇਰਨਮੈਂਟ ਵਿੱਚ ਰਹਿੰਦੇ ਹਾਂ। ਕੁਝ ਜਿਹੜੇ ਆਰਗੈਨਿਜ਼ਮ ਨੇ, ਕੁਝ ਆਰਗੈਨਿਜ਼ਮ ਸਰਵਾਈਵ ਨਹੀਂ ਕਰ ਪਾਉਂਦੇ। ਠੀਕ ਹੈ, ਕੁਝ ਆਰਗੈਨਿਜ਼ਮ ਸਰਵਾਈਵ ਨਹੀਂ ਕਰ ਪਾਉਂਦੇ, ਮੰਨ ਲਓ ਜ਼ਿਆਦਾ ਹਾਈ ਟੈਂਪਰੇਚਰ ਨਹੀਂ ਸਰਵਾਈਵ ਕਰ ਪਾਉਂਦੇ, ਪਰ ਕੁਝ ਬੈਕਟੀਰੀਆ ਨੇ ਜਿਹੜਾ +80 ਡਿਗਰੀ ਸੈਂਟੀਗ੍ਰੇਡ ਵੀ ਸਰਵਾਈਵ ਕਰ ਪਾਉਂਦੇ ਨੇ। ਠੀਕ ਹੈ, ਤੇ ਜਿਹੜਾ ਸਰਵਾਈਵਲ ਆਫ ਦ ਫਿਟੈਸਟ ਹੁੰਦਾ ਉਹ ਕੀ ਹੁੰਦਾ? ਨੈਚੁਰਲੀ ਸਿਲੈਕਟਡ ਹੁੰਦਾ। ਉਹ ਕੀ ਹੁੰਦਾ? ਨੈਚੁਰਲੀ ਸਿਲੈਕਟਡ ਹੁੰਦਾ। ਤੇ ਇਹਦੇ ਨਾਲ ਕੋਈ ਵੇਰੀਏਸ਼ਨ ਦਾ ਲੈਣਾ ਦੇਣਾ ਹੈ? ਇਹ ਤਾਂ ਤੁਹਾਡੀ ਇਵੋਲੂਸ਼ਨ ਦਾ ਕੁਐਸਚਨ ਹੈ, ਨਹੀਂ। ਠੀਕ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਚੈਪਟਰ ਪੜ੍ਹਾਇਆ ਸੀ ਜੈਨੇਟਿਕਸ ਦਾ। ਜੈਨੇਟਿਕਸ ਦਾ ਜਦੋਂ ਮੈਂ ਤੁਹਾਨੂੰ ਚੈਪਟਰ ਪੜ੍ਹਾਇਆ, ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੇ ਆਪਣੇ ਐਂਸੈਸਟਰ ਸੀ ਉਹਨਾਂ ਨੇ ਬਣਾਈ ਸੀ ਸਾਹੀਵਾਲ ਕਾਓ ਆਫ ਪੰਜਾਬ, ਹਨਾ। ਸਾਹੀਵਾਲ ਕਾਓ ਆਫ ਪੰਜਾਬ ਬਣਾਈ ਸੀ ਕਿਹਦੇ ਨਾਲ? ਕਿ ਉਹਨਾਂ ਨੂੰ ਕੁਝ ਨਾ ਕੁਝ ਆਈਡੀਆ ਸੀ ਕਿ ਕੁਝ ਨਾ ਕੁਝ ਤਾਂ ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਹੀ ਹੋ ਰਿਹਾ ਹੈ ਕਿ ਵੇਰੀਏਸ਼ਨ ਆ ਰਹੀ ਹੈ, ਹਨਾ। ਕੁਝ ਨਾ ਕੁਝ ਕਿੰਦੇ ਵਿੱਚ ਹੋ ਰਿਹਾ? ਸੈਕਸ਼ੂਅਲ ਰਿਪਰੋਡਕਸ਼ਨ ਦੇ ਵਿੱਚ ਹੋ ਰਿਹਾ ਹੈ ਕਿ ਆਪਾਂ ਨੂੰ ਵੇਰੀਏਸ਼ਨ ਦੇਖਣ ਨੂੰ ਮਿਲ ਰਹੀ ਹੈ। ਫਿਰ ਆਪਾਂ ਨੂੰ ਡਾਊਟ ਆਇਆ ਕਿ ਯਾਰ ਪਰ ਜਿਹੜੀ ਮਿਊਟੇਸ਼ਨ ਹੈ ਉਹ ਵੀ ਤਾਂ ਵੇਰੀਏਸ਼ਨ ਲੈ ਕੇ ਆਉਂਦੀ ਹੈ। ਜਿਹੜੀ ਮਿਊਟੇਸ਼ਨ ਹੈ ਉਹ ਵੀ ਤਾਂ ਵੇਰੀਏਸ਼ਨ ਲੈ ਕੇ ਆਉਂਦੀ ਹੈ। ਜਦੋਂ ਮਿਊਟੇਸ਼ਨ ਹੁੰਦੀ ਹੈ ਉਦੋਂ ਕੀ ਹੁੰਦੀ ਹੈ? ਵੇਰੀਏਸ਼ਨ ਹੁੰਦੀ ਹੈ। ਹੁਣ ਇਹ ਤਾਂ ਕਨਫਿਊਜ਼ਨ ਦਾ ਮਾਮਲਾ ਹੋ ਗਿਆ ਕਿ ਆਪਾਂ ਇੱਥੇ ਕਿਹੜਾ ਆਪਸ਼ਨ ਟਿਕ ਕਰਾਂਗੇ? ਵੇਰੀਏਸ਼ਨ ਵਾਸਤੇ ਸੈਕਸ਼ੂਅਲ ਰਿਪਰੋਡਕਸ਼ਨ ਟਿਕ ਕਰਾਂਗੇ ਜਾਂ ਮਿਊਟੇਸ਼ਨ ਟਿਕ ਕਰਾਂਗੇ? ਦੇਖੋ, ਜਿਹੜੀ ਸੈਕਸ਼ੂਅਲ ਰਿਪਰੋਡਕਸ਼ਨ ਤੋਂ ਜਿਹੜੀ ਵੇਰੀਏਸ਼ਨ ਹੁੰਦੀ ਹੈ ਉਹ ਹੁੰਦੀ ਹੈ ਕਿ ਕਦੇ ਕ੍ਰੋਸਿੰਗ ਓਵਰ ਹੋਗੀ ਨਹੀਂ ਹੋਈ, ਬਟ ਜਦੋਂ ਤੁਹਾਡੀ ਮਿਊਟੇਸ਼ਨ ਹੁੰਦੀ ਹੈ, ਇੱਕ ਆਪਾਂ ਕਨਸੈਪਟ ਪੜਿਆ ਸੀ ਅਲੀਲ ਦਾ, ਹਨਾ। ਉਹਦੇ ਵਿੱਚ ਨਾ ਅਲੀਲ ਹੁਣ ਦੋ ਤਰ੍ਹਾਂ ਦੇ ਹੋ ਸਕਦੇ, ਇੱਕ ਵਾਈਲਡ ਅਲੀਲ ਹੁੰਦਾ, ਵਾਈਲਡ ਅਲੀਲ ਹੁੰਦਾ, ਤੇ ਇੱਕ ਹੁੰਦਾ ਆਪਣਾ ਕਿਹੜਾ ਅਲੀਲ?
ਇੱਕ ਹੁੰਦਾ ਬੱਚੇ ਆਪਣੇ ਮਿਊਟੈਂਟ ਅਲੀਲ, ਠੀਕ ਹੈ। ਜਿਹੜਾ ਆਪਾਂ ਜਦੋਂ ਕਿਹਾ ਸੀ ਕਿ ਇੱਕ ਕਰੈਕਟਰ ਜਿਹਨੂੰ ਕਿ ਆਪਾਂ ਸਟੈਮ ਹਾਈਟ ਲਿੱਤਾ ਸੀ, ਇੱਕ ਕਰੈਕਟਰ ਦੇ ਕੀ ਸੀ, ਇੱਕ ਕਰੈਕਟਰ ਦੇ ਦੋ ਫਾਰਮ ਸੀ, ਦੋ ਟ੍ਰੇਟ ਸੀ, ਉਹ ਟੌਲ ਵੀ ਹੋ ਸਕਦੀ ਸੀ, ਉਹ ਡਵਾਰਫ ਵੀ ਹੋ ਸਕਦੀ ਸੀ। ਨਾਰਮਲੀ ਜਿਹੜਾ ਆਪਣਾ ਵਾਈਲਡ ਅਲੀਲ ਹੁੰਦਾ, ਜਿਹੜਾ ਜੈਨੇਟਿਕਲੀ ਵੈਸੇ ਪ੍ਰੈਜ਼ੈਂਟ ਹੁੰਦਾ ਹੈ, ਉਹ ਕੀ ਹੁੰਦਾ, ਜਨਰਲੀ ਡੋਮੀਨੈਂਟ ਕਰੈਕਟਰ ਬਣਾਉਂਦਾ ਹੈ। ਤੇ ਜਿਹੜਾ ਆ ਡਵਾਰਫ ਹੈ ਜਨਰਲੀ ਰਿਸੈਸਿਵ ਹੁੰਦਾ ਹੈ। ਤੇ ਰਿਸੈਸਿਵ ਅਲੀਲ ਕਿੱਥੋਂ ਅਰਾਈਜ਼ ਹੁੰਦੀ ਹੈ? ਰਿਸੈਸਿਵ ਅਲੀਲ ਮਿਊਟੇਸ਼ਨ ਤੋਂ ਬਣਦੀ ਹੈ ਜ਼ਿਆਦਾਤਰ। ਕਿੱਥੋਂ ਬਣਦੀ ਹੈ? ਮਿਊਟੇਸ਼ਨ ਤੋਂ ਬਣਦੀ ਹੈ। ਆ ਦੇਖੋ ਕਿਵੇਂ, ਮੰਨ ਲਓ ਮੈਂ ਤੁਹਾਨੂੰ ਉਸ ਦਿਨ ਜੀਨ ਦੀ ਡੈਫੀਨੇਸ਼ਨ ਦੱਸੀ ਸੀ, ਮੈਂ ਤੁਹਾਨੂੰ ਮਾਡਰਨ ਕਨਸੈਪਟ ਆਫ ਡੈਫੀਨੇਸ਼ਨ ਵੀ ਦੱਸੀ ਸੀ ਨਾ। ਆਪਾਂ ਕੀ ਦੱਸਿਆ ਸੀ ਕਿ ਜਿਹੜੀ ਜੀਨ ਹੈ ਉਹ ਸੈਗਮੈਂਟ ਆਫ ਡੀਐਨਏ ਹੈ ਵਿਚ ਫਾਰਮਸ ਸੈਗਮੈਂਟ ਆਫ ਡੀਐਨਏ ਵਿਚ ਫਾਰਮਸ ਆਰਐਨਏ, ਤੇ ਫਿਰ ਉਹ ਆਰਐਨਏ ਤੋਂ ਕੀ ਬਣਾਉਂਦੀ ਹੈ? ਪ੍ਰੋਟੀਨ ਬਣਾਉਂਦੀ ਹੈ। ਆਰਐਨਏ ਤੋਂ ਕੀ ਬਣਾਉਂਦੀ ਹੈ? ਪ੍ਰੋਟੀਨ ਬਣਾਉਂਦੀ ਹੈ। ਤੇ ਪ੍ਰੋਟੀਨ ਜਨਰਲੀ ਕੀ ਫਾਰਮ ਕਰਦਾ? ਤੁਹਾਡਾ ਕਰੈਕਟਰ ਫਾਰਮ ਕਰਦਾ ਹੈ। ਹੁਣ ਜਿਹੜੀ ਵਾਈਲਡ ਅਲੀਲ ਹੈ ਨਾ, ਜਿਹੜੀ ਆਪਣੀ ਨਾਰਮਲ ਅਲੀਲ ਹੈ, ਠੀਕ ਹੈ, ਉਹ ਨਾਰਮਲ ਜਿਹੜਾ ਪ੍ਰੋਟੀਨ ਬਣਨਾ ਸੀ, ਜਿਹੜਾ ਨਾਰਮਲ ਪ੍ਰੋਟੀਨ ਬਣਨਾ ਸੀ, ਉਹੀ ਨਾਰਮਲ ਪ੍ਰੋਟੀਨ ਉਹ ਬਣਾਉਂਦੀ ਹੈ, ਠੀਕ ਹੈ। ਉਹ ਜਿਹੜਾ ਨਾਰਮਲ ਪ੍ਰੋਟੀਨ ਬਣਨਾ ਸੀ ਉਹੀ ਨਾਰਮਲ ਪ੍ਰੋਟੀਨ ਬਣਾਉਂਦੀ ਹੈ। ਤੇ ਆਪਣੇ ਕੋਲ ਜਿਹੜਾ ਕਰੈਕਟਰ ਬਣੇਗਾ, ਜਿਹੜਾ ਆਪਣੇ ਕੋਲ ਬੱਚੇ, ਜਿਹੜਾ ਆਪਣੇ ਕੋਲ ਕਰੈਕਟਰ ਬਣੇਗਾ, ਉਹ ਵੀ ਕਿਹੜਾ ਬਣੇਗਾ? ਨਾਰਮਲ ਕਰੈਕਟਰ ਬਣ ਜਾਏਗਾ ਆਪਣੇ ਕੋਲ, ਠੀਕ ਹੈ। ਜਿਹੜਾ ਵੀ ਐਕਸਪ੍ਰੈਸ਼ਨ ਆਏਗਾ ਉਹ ਨਾਰਮਲ ਬਣ ਜਾਏਗਾ। ਮੰਨ ਲਓ ਜਿਹੜਾ ਟਾਲਨੈਸ ਵਾਲਾ ਡੋਮੀਨੈਂਟ ਹੈ ਤਾਂ ਆਪਾਂ ਉਹਨੂੰ ਨਾਰਮਲ ਕਰੈਕਟਰ ਮੰਨ ਲਿਆ। ਫਿਰ ਕੀ ਹੋਇਆ ਕਿ ਜਿਹੜੀ ਉਹ ਐਲੀਲ ਹੈ ਉਹਦੇ ਵਿੱਚ ਕਿਧਰੋਂ ਨਾ ਕਿਧਰੋਂ ਕੀ ਹੋ ਗਈ? ਸਡਨ ਚੇਂਜ ਹੋ ਗਿਆ, ਮਿਊਟੇਸ਼ਨ ਆ ਗਈ। ਸਡਨ ਚੇਂਜ ਇਨ ਜੀਨ ਨੂੰ ਆਪਾਂ ਕੀ ਕਹਿੰਦੇ ਆ? ਮਿਊਟੇਸ਼ਨ ਆ ਗਈ। ਮਿਊਟੇਸ਼ਨ ਆਈ ਤਾਂ ਫਿਰ ਤਿੰਨ ਚੀਜ਼ਾਂ ਹੋ ਸਕਦੀਆਂ ਨੇ, ਜਾਂ ਤਾਂ ਆਪਣਾ ਜਿਹੜਾ ਪ੍ਰੋਟੀਨ ਹੈ ਉਹ ਨਾਰਮਲ ਬਣੇਗਾ, ਜਾਂ ਕੀ ਹੋਏਗਾ ਕਿ ਲੈਸ ਫੰਕਸ਼ਨਲ ਬਣੇਗਾ, ਠੀਕ ਹੈ। ਜਿਹੜਾ ਪ੍ਰੋਟੀਨ ਹੈ ਲੈਸ ਫੰਕਸ਼ਨਲ ਬਣੇਗਾ, ਜਾਂ ਫਿਰ ਨੋ ਫੰਕਸ਼ਨ ਐਟ ਆਲ। ਜੇ ਮੰਨ ਲਓ ਨਾਰਮਲ ਬਣਿਆ ਫਿਰ ਤਾਂ ਆਪਣੇ ਕੋਲ ਨਾਰਮਲ ਕਰੈਕਟਰ ਦੀ ਜੀਨ ਹੀ ਬਣ ਜਾਏਗੀ। ਜੇ ਲੈਸ ਫੰਕਸ਼ਨਲ ਬਣਿਆ ਤਾਂ ਵੀ ਆਪਣੇ ਕੋਲ ਨਾਰਮਲ ਕਰੈਕਟਰ ਵਾਲੀ ਅਲੀਲ ਬਣ ਜਾਏਗੀ। ਪਰ ਜਦੋਂ ਮਿਊਟੇਸ਼ਨ ਹੋਗੀ ਤੇ ਉਹਨੇ ਕੋਈ ਪ੍ਰੋਟੀਨ ਹੀ ਨਹੀਂ ਬਣਾਇਆ। ਜਦੋਂ ਪ੍ਰੋਟੀਨ ਹੀ ਨਹੀਂ ਬਣਿਆ, ਜਦੋਂ ਨਾਨ ਫੰਕਸ਼ਨਲ ਪ੍ਰੋਟੀਨ ਜਾਂ ਐਂਜ਼ਾਈਮ ਬਣਿਆ, ਤਾਂ ਕਰਕੇ ਜਿਹੜਾ ਕਰੈਕਟਰ ਬਣੇਗਾ ਉਹ ਨਾਰਮਲ ਨਹੀਂ ਬਣੇਗਾ, ਹਨਾ। ਜਿਹੜਾ ਕੰਮ ਉਹਨੂੰ ਕਰਨਾ ਚਾਹੀਦਾ ਸੀ ਉਹਨੇ ਨਹੀਂ ਕੀਤਾ, ਤਾਂ ਫਿਰ ਕੁਝ ਨਾ ਕੁਝ ਤਾਂ ਬਣੇਗਾ, ਹਨਾ, ਉਹਦੇ ਆਊਟਪੁੱਟ ਵਿੱਚ, ਕਿਉਂਕਿ ਅਲੀਲ ਤਾਂ ਆ ਗਿਆ ਪਰ ਉਹਨੇ ਫੰਕਸ਼ਨ ਨਹੀਂ ਕੀਤਾ। ਤਾਂ ਜਿਹੜਾ ਕੁਝ ਨਾ ਕੁਝ ਬਣੇਗਾ ਉਹਨੂੰ ਆਪਾਂ ਕੀ ਕਹਿ ਦਾਂਗੇ? ਉਹਨੂੰ ਆਪਾਂ ਕਹਿ ਦਾਂਗੇ ਰਿਸੈਸਿਵ ਕਰੈਕਟਰ। ਉਹ ਜਿਹੜਾ ਬਣੇਗਾ ਉਹ ਕਿਹੜਾ ਬਣੇਗਾ? ਰਿਸੈਸਿਵ ਕਰੈਕਟਰ ਬਣੇਗਾ, ਜਾਂ ਮਿਊਟੇਸ਼ਨ ਤੋਂ ਬਾਅਦ ਵਾਲਾ ਕਰੈਕਟਰ ਬਣੇਗਾ, ਠੀਕ ਹੈ। ਇਹਦੇ ਨਾਲ ਕੀ ਬਣੇਗਾ? ਚੇਂਜਡ ਬਣੇਗਾ। ਤਾਂ ਇਹਦਾ ਮਤਲਬ ਕਿ ਜਿਹੜੀ ਆਪਣੀ ਪੋਪੂਲੇਸ਼ਨ ਵਿੱਚ ਵੇਰੀਏਸ਼ਨ ਆ ਰਹੀ ਹੈ ਉਹ ਕਿਹਦੇ ਰਾਹੀਂ ਆ ਰਹੀ ਹੈ? ਅਲਟੀਮੇਟ ਸੋਰਸ ਜਦੋਂ ਆਪਾਂ ਨੂੰ ਪੁੱਛਿਆ ਜਾਏ ਨਾ, ਅਲਟੀਮੇਟ ਸੋਰਸ ਆਫ ਮਿਊਟੇਸ਼ਨ, ਅਲਟੀਮੇਟ ਸੋਰਸ ਆਫ ਵੇਰੀਏਸ਼ਨ, ਉਹਨੂੰ ਆਪਾਂ ਕੀ ਕਵਾਂਗੇ? ਮਿਊਟੇਸ਼ਨ। ਜਿਹੜਾ ਅਲਟੀਮੇਟ ਸੋਰਸ ਆਫ ਵੇਰੀਏਸ਼ਨ ਹੈ ਨਾ, ਉਹ ਕੀ ਹੋਏਗਾ? ਆਪਣਾ ਮਿਊਟੇਸ਼ਨ। ਸੈਕਸ਼ੂਅਲ ਰੀਪਰੋਡਕਸ਼ਨ ਇਜ਼ ਦਾ ਕਾਜ਼ ਆਫ ਵੇਰੀਏਸ਼ਨ, ਕਿਉਂਕਿ ਲਿੰਕੇਜ ਤੇ ਕ੍ਰੋਸਿੰਗ ਓਵਰ ਹੁੰਦੀ ਹੈ। ਉਹ ਆਪਣੀ ਜੈਨੇਟਿਕਸ ਦੇ ਆਉਣ ਵਾਲੇ ਲੈਕਚਰਸ ਵਿੱਚ ਆਪਾਂ ਕਰਾਂਗੇ। ਪਰ ਜਿਹੜਾ ਅਲਟੀਮੇਟ ਸੋਰਸ ਹੈ ਨਾ ਕਿ ਜੀਨਸ ਵਿੱਚ ਐਕਚੁਅਲੀ ਵੇਰੀਏਸ਼ਨ ਆਈ ਕਿਉਂ? ਜਿਹੜੀ ਤੁਹਾਡੀ ਆ ਵੇਰੀਏਸ਼ਨ ਆਏਗੀ ਸੈਕਸ਼ੂਅਲ ਰੀਪਰੋਡਕਸ਼ਨ ਵਿੱਚ, ਉਹ ਤਾਂ ਆਪਾਂ ਕਿਹਾ ਕਿ ਇੱਕ ਗੈਮੀਟ ਮੇਲ ਤੋਂ ਆਇਆ, ਇੱਕ ਫੀਮੇਲ ਤੋਂ ਆਇਆ, ਫੀਮੇਲ ਤੋਂ ਸਮਾਲ ਟੀ ਆਇਆ, ਮੇਲ ਤੋਂ ਕੈਪੀਟਲ ਟੀ ਆਇਆ, ਹਨਾ। ਜਾਂ ਫਿਰ ਐਵੇਂ ਥੋੜੀ ਜਿਹੀ ਵੇਰੀਏਸ਼ਨ ਹੋ ਸਕਦੀ ਹੈ, ਕ੍ਰੋਸਿੰਗ ਓਵਰ ਹੋ ਸਕਦੀ ਹੈ। ਪਰ ਜਿਹੜੀ ਆ ਚੀਜ਼ ਹੈ ਕਿ ਆਪਣੇ ਵਿੱਚ ਐਕਚੁਅਲ ਵਿੱਚ ਵੇਰੀਏਸ਼ਨ ਨੇ ਜਨਮ ਕਿੱਥੋਂ ਲਿਆ? ਅਲਟੀਮੇਟ ਸੋਰਸ ਕੀ ਹੈ? ਜੇ ਮਿਊਟੇਸ਼ਨ ਹੀ ਨਾ ਹੁੰਦੀ ਤਾਂ ਇਹਦੇ ਕੋਲ ਵੀ ਸਿਰਫ ਟੌਲ ਵਾਲਾ ਹੁੰਦਾ, ਇਹਦੇ ਕੋਲ ਵੀ ਟੌਲ ਵਾਲਾ ਹੁੰਦਾ, ਤੇ ਜਿਹੜੀ ਸਪੀਸ਼ੀਜ਼ ਆ ਉਹ ਸਾਰੀ ਵੀ ਕੀ ਬਣਦੀ? ਟੌਲ ਬਣਦੀ। ਤਾਂ ਫਿਰ ਜਿਹੜਾ ਆਪਣਾ ਅਲਟੀਮੇਟ ਸੋਰਸ ਹੈ ਨਾ, ਅਲਟੀਮੇਟ ਸੋਰਸ ਆਪਣਾ ਮਿਊਟੇਸ਼ਨ ਹੈ, ਠੀਕ ਹੈ। ਸਮਝ ਆਈ ਤੁਹਾਨੂੰ ਆ ਗੱਲ? ਇੱਥੇ ਤੱਕ ਕਿਸੇ ਨੂੰ ਕੋਈ ਵੀ ਡਾਊਟ, ਕੋਈ ਸ਼ੰਕਾ? ਚਲੋ ਚਲਦੇ ਹਾਂ ਆਪਣੇ ਨੈਕਸਟ ਕੁਐਸਚਨ ਦੀ ਤਰਫ। ਹੁਣ ਨਾ ਅਬ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਮੈਂਡਲ ਸਰ ਨੇ ਨਾ ਐਕਸਪੈਰੀਮੈਂਟ ਕੀਤੇ ਸੀ, ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟ ਫਰੋਮ 1856 ਟੂ 1863, ਠੀਕ ਹੈ। ਹੁਣ ਇਹਨਾਂ ਨੇ ਜਿਹੜੇ ਆਪਦੇ ਐਕਸਪੈਰੀਮੈਂਟਸ ਕੀਤੇ ਸੀ ਨਾ, ਇਹ ਹਿਡਨ ਰਹੇ ਸੀ। ਇਹ ਕੀ ਰਹੇ ਸੀ? ਹਿਡਨ ਰਹੇ ਸੀ। ਇਹਨਾਂ ਨੂੰ ਕੋਈ ਪਹਿਚਾਨ ਨਹੀਂ ਪਾਇਆ ਸੀ, ਉਦੋਂ ਦੇ ਲੋਕ ਸਮਝ ਨਹੀਂ ਪਾਏ ਸੀ, ਕਿਉਂਕਿ ਇਹਨਾਂ ਨੇ ਕੀ ਅਪਲਾਈ ਕਰਤਾ ਸੀ? ਬਾਇਓ ਵਿੱਚ ਮੈਥਮੈਟੀਕਲ ਲੌਜਿਕ ਅਪਲਾਈ ਕਰਤਾ ਸੀ, ਤੇ ਬਾਇਓ ਵਾਲਿਆਂ ਦਾ ਤਾਂ ਮੈਥਮੈਟੀਕਲ ਲੌਜਿਕ ਵੈਸੇ ਹੀ ਜ਼ਿਆਦਾ ਵਧੀਆ ਨਹੀਂ ਹੁੰਦਾ, ਹਨਾ। ਤਾਂ ਫਿਰ ਹੁਣ ਆਪਾਂ ਇਸ ਕਰਕੇ ਇਸ ਕੁਐਸਚਨ ਨੂੰ ਪੜਨ ਜਾ ਰਹੇ ਹਾਂ। ਦ ਮੈਂਡੇਲੀਅਨ ਪ੍ਰਿੰਸੀਪਲ ਆਫ ਇਨਹੈਰੀਟੈਂਸ ਵਰ ਰੀਡਿਸਕਵਰਡ ਬਾਈ, ਕਿੰਨੇ ਦੁਬਾਰਾ ਉਹਨਾਂ ਨੂੰ ਜਨਮ ਦਿੱਤਾ, ਕਿੰਨੇ ਦੁਬਾਰਾ ਰੀਡਿਸਕਵਰ ਕੀਤੇ? ਪਹਿਲੇ ਇਹਨੂੰ ਹੀ ਸੈੱਟ ਕਰ ਲਈਏ, ਕੀ ਚੱਕਰ ਹੈ ਇਹਦਾ? ਇਹ ਹੋ ਕਿਉਂ ਨਹੀਂ ਰਿਹਾ?
ਚਲੋ ਐਨੀਵੇਜ਼ ਆਪਾਂ ਆਈ ਸਟਾਰਟ ਕਰਦੇ ਹਾਂ। ਦ ਮੈਂਡੇਲੀਅਨ ਪ੍ਰਿੰਸੀਪਲ ਆਫ ਇਨਹੈਰੀਟੈਂਸ ਕਿੰਨੇ ਰੀਡਿਸਕਵਰ ਕੀਤੇ? ਤਾਂ ਰੀਡਿਸਕਵਰ ਕੀਤੇ ਸਭ ਤੋਂ ਪਹਿਲੇ ਕਿੰਨੇ ਕੀਤਾ? ਆਪਸ਼ਨ 1 ਮੋਰਗਨ, दूसरा ऑप्शन है सर्टन एंड बॉबरी, तीसरा ऑप्शन है यूगो डी वेरिस, शर्माक एंड कॉरेंस। ਜਿਹੜੇ ਸ਼ਰਮਾਕ ਸੀ, ਕੌਰਨ ਸੀ ਤੇ ਯੂਗੋ ਡੀ ਵੈਰਿਸ ਸੀ, ਇਹਨਾਂ ਨੇ ਹੀ ਕੀ ਕੀਤਾ ਸੀ? ਇਹਨਾਂ ਨੇ ਕੀਤਾ ਸੀ ਆਪਣਾ ਜਿਹੜਾ ਉਹ ਹੈ ਮੈਂਡੇਲੀਅਨ ਪ੍ਰਿੰਸੀਪਲਸ ਨੂੰ, ਮੈਂਡੇਲੀਅਨ ਇਨਹੈਰੀਟੈਂਸ ਨੂੰ ਰੀਡਿਸਕਵਰ ਕੀਤਾ ਸੀ। ਮੈਂਡਲ ਦੇ ਕੰਮ ਨੂੰ ਰੀਡਿਸਕਵਰ ਕਰਨ ਵਾਲੇ ਕੌਣ ਸੀ? ਰੀਡਿਸਕਵਰ ਕਰਨ ਵਾਲੇ ਹੈਗੇ ਸੀ ਯੂਗੋ ਡੀ ਵੈਰਿਸ, ਸ਼ਰਮਾਕ ਤੇ ਕਾਰਲ ਕੌਰਿੰਸ। ਠੀਕ ਹੈ, ਕੌਰਿੰਸ ਨੇ ਹੀ ਜਿਹੜਾ ਇਹਨਾਂ ਦਾ ਕੰਮ ਜਿਹੜਾ ਪਬਲਿਸ਼ ਹੋਇਆ ਹੈ ਨਾ, ਤੇ ਉਸ ਤੋਂ ਬਾਅਦ ਜਿਹੜਾ ਲਾਅ ਆਫ ਡੋਮੀਨੈਂਸ ਹੈ, ਲਾਅ ਆਫ ਸੈਗਰੀਗੇਸ਼ਨ ਹੈ ਨਾ, ਇਹਨਾਂ ਨੇ ਇਸ ਚੀਜ਼ ਨੂੰ ਲਾਅ ਬਣਾਇਆ ਸੀ। ਪਰ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜਾ ਲਾਅ ਆਫ ਡੋਮੀਨੈਂਸ ਹੈ ਉਹਦੀ ਦੋ ਐਕਸੈਪਸ਼ਨਸ ਹੈ। ਜਲਦੀ ਦੱਸੋ ਕਿਹੜੀਆਂ ਕਿਹੜੀਆਂ ਉਹਦੀਆਂ ਐਕਸੈਪਸ਼ਨ ਨੇ? ਇਨਕੰਪਲੀਟ ਡੋਮੀਨੈਂਸ ਤੇ ਕੋ ਡੋਮੀਨੈਂਸ। ਠੀਕ ਹੈ, ਤੇ ਜਿਹੜੀ ਇਨਕੰਪਲੀਟ ਡੋਮੀਨੈਂਸ ਤੇ ਕੋ ਡੋਮੀਨੈਂਸ ਸੀ ਨਾ, ਉਹ ਡਿਸਕਵਰ ਪਤਾ ਤੁਹਾਨੂੰ ਕਿੰਨੇ ਕੀਤੀ ਸੀ? ਲਾਅ ਬਣਾਉਣ ਤੋਂ ਬਾਅਦ ਨਾ ਕੌਰਿੰਸ ਨੇ ਹੀ ਡਿਸਕਵਰ ਕੀਤੀ ਸੀ ਇਨਕੰਪਲੀਟ ਡੋਮੀਨੈਂਸ ਤੇ ਕੋ ਡੋਮੀਨੈਂਸ। ਠੀਕ ਹੈ, ਜਦੋਂ ਉਹਨਾਂ ਨੇ ਆ ਡਿਸਕਵਰ ਕੀਤੀ ਫਿਰ ਉਹਨਾਂ ਨੂੰ ਸਮਝ ਆਇਆ ਕਿ ਤਾਂ ਲਾਅ ਹੈ ਹੀ ਨਹੀਂ, ਇਹ ਸਿਰਫ ਪ੍ਰਿੰਸੀਪਲ ਹੈ। ਠੀਕ ਹੈ, ਫਿਰ ਇਹ ਲਾਅ ਆਫ ਡੋਮੀਨੈਂਸ ਵਾਲਾ, ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ, ਲਾਅ ਆਫ ਸੈਗਰੀਗੇਸ਼ਨ, ਇਹ ਸਾਰੇ ਚੀਜ਼ਾਂ ਨੂੰ ਉਹਨਾਂ ਨੇ ਲਾਅ ਬਣਾਇਆ। ਬਟ ਬਾਅਦ ਵਿੱਚ ਜਦੋਂ ਕੌਰਿੰਸ ਨੇ ਹੋਰ ਐਕਸਪੈਰੀਮੈਂਟ ਕੀਤੇ, ਹੋਰ ਐਡਵਾਂਸਮੈਂਟ ਹੋਈ, ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਜਿਹੜਾ ਲਾਅ ਆਫ ਡੋਮੀਨੈਂਸ ਹੈ ਨਾ, ਉਹਦੇ ਐਕਸੈਪਸ਼ਨਸ ਹੈਗੇ ਨੇ, ਤਾਂ ਕਰਕੇ ਆਪਾਂ ਉਹਨਾਂ ਨੂੰ ਲਾਅ ਨਹੀਂ ਕਹਿ ਸਕਦੇ। ਹਾਲੇ ਵੀ ਇਸ ਗੱਲ ਤੇ ਯੁੱਧ ਚੱਲਦਾ ਰਹਿੰਦਾ ਸਾਇੰਟਿਸਟ ਵਿੱਚ ਕਿ ਕੋਈ ਕਹਿ ਦਿੰਦਾ ਕਿ ਲਾਅ ਆਫ ਡੋਮੀਨੈਂਸ ਹੈ, ਕੋਈ ਕਹਿ ਦਿੰਦਾ ਕਿ ਡੋਮੀਨੈਂਸ ਲਾਅ ਨਹੀਂ ਹੈ। ਠੀਕ ਹੈ, ਤੇ ਇਸ ਤਰ੍ਹਾਂ ਦਾ ਕੁਐਸਚਨ ਤੁਹਾਨੂੰ ਪੁੱਛਿਆ ਵੀ ਨਹੀਂ ਜਾਏਗਾ ਕਿ ਲਾਅ ਹੈਗਾ ਤੇ ਨਹੀਂ ਹੈਗਾ। ਬਟ ਜੇ ਤੁਹਾਨੂੰ ਪੁੱਛਿਆ ਜਾਏ ਕਿ ਇਨਕੰਪਲੀਟ ਡੋਮੀਨੈਂਸ ਤੇ ਕੋ ਡੋਮੀਨੈਂਸ ਕਿੰਨੇ ਡਿਸਕਵਰ ਕੀਤੀ ਹੈ, ਉਹਨੇ ਹੀ ਡਿਸਕਵਰ ਕੀਤੀ ਹੈ ਜਿਹਨੇ ਲਾਅ ਆਫ ਡੋਮੀਨੈਂਸ ਦਿੱਤਾ ਸੀ, ਮਤਲਬ ਉਹਦੀ ਐਕਸੈਪਸ਼ਨ ਵੀ ਉਸੇ ਬੰਦੇ ਨੇ ਡਿਸਕਵਰ ਕੀਤੀ। ਠੀਕ ਹੈ, ਜਿਹੜੇ ਮੈਂਡਲ ਸਰ ਸੀ ਨਾ, ਉਹਨਾਂ ਨੇ ਸਿਰਫ ਆਪਦਾ ਕੰਮ ਪਬਲਿਸ਼ ਕੀਤਾ ਸੀ, ਉਹ ਕੋਈ ਐਵੇਂ ਨਾਮ ਨਹੀਂ ਦੇ ਕੇ ਗਏ ਸੀ ਕਿ ਇਹ ਲਾਅ ਆਫ ਡੋਮੀਨੈਂਸ ਹੈ, ਇਹ ਲਾਅ ਆਫ ਇੰਡੀਪੈਂਡੈਂਟ ਅਸੋਰਟਮੈਂਟ ਹੈ ਜਾਂ ਇਹ ਲਾਅ ਆਫ ਸੈਗਰੀਗੇਸ਼ਨ ਹੈ। ਉਹਨਾਂ ਨੂੰ ਨਾਮ ਕੌਰਿੰਸ ਨੇ ਦਿੱਤੇ ਸੀ, ਪਰ ਜਿਹੜੇ ਉਹਨਾਂ ਦੇ ਰਿਜ਼ਲਟ ਸੀ ਸਿਰਫ ਉਹ ਦੱਸ ਕੇ ਸੀ, ਜਿਵੇਂ ਕਿ ਮੈਂ ਤੁਹਾਨੂੰ ਉਸ ਦਿਨ ਲੈਕਚਰ ਵਿੱਚ ਕੰਕਲੂਜਨਸ ਪੜ੍ਹਾਏ ਸੀ ਨਾ, ਆਈ ਥਿੰਕ ਤੁਹਾਨੂੰ ਯਾਦ ਹੋਣਗੇ। ਚੌਥਾ ਆਪਸ਼ਨ ਹੈ ਆਪਣਾ ਮੈਂਡਲ, ਤੇ ਮੈਂਡਲ ਦਾ ਹੀ ਕੰਮ ਰੀਡਿਸਕਵਰ ਕਰਨਾ, ਤਾਂ ਫਿਰ ਮੈਂਡਲ ਕਿਉਂ ਕਰੇਗਾ, ਹਨਾ। ਤੇ ਸਭ ਤੋਂ ਪਹਿਲੇ ਜਿਹੜੇ TH ਮੋਰਗਨ ਸੀ ਤੇ ਸਰਟਨ ਐਂਡ ਬੋਬਰੀ ਸੀ, ਇਹਨਾਂ ਦੇ ਵੀ ਕਾਫੀ ਇਨਵੋਲਵਮੈਂਟ ਰਿਹਾ ਹੈ। ਇਹਨਾਂ ਨੇ ਦੱਸਿਆ ਸੀ ਕਿ ਲੋਕਸ ਦੇ ਉੱਤੇ ਪ੍ਰੈਜ਼ੈਂਟ ਹੁੰਦੀ ਹੈ, ਕ੍ਰੋਮੋਸੋਮ ਦੇ ਲੋਕਸ ਦੇ ਉੱਤੇ ਪ੍ਰੈਜ਼ੈਂਟ ਹੁੰਦੀ ਹੈ ਕਿ ਆਪਣੀ ਜੀਨ। ਇਹ ਮੈਂ ਤੁਹਾਨੂੰ ਸਾਰੀ ਚੀਜ਼ ਉਹਦੇ ਵਿੱਚ ਸਮਝਾ ਚੁੱਕੀ ਹਾਂ, ਜਿਹੜਾ ਆਪਣਾ ਲੈਕਚਰ ਹੋਇਆ ਸੀ ਫਸਟ ਵਾਲਾ। ਆਈ ਥਿੰਕ ਆਈ ਐਮ ਵੈਰੀ ਕਲੀਅਰ। ਤੇ ਮੈਂਡਲ ਦੇ ਕੰਮ ਨੂੰ ਰੀਡਿਸਕਵਰ ਕਿਹਨੇ ਕੀਤਾ ਸੀ? ਜਦੋਂ ਆਪਾਂ ਕਵਾਂਗੇ ਤਾਂ ਆਪਾਂ 3 ਸਾਇੰਟਿਸਟ ਦੇ ਨਾਮ ਲਵਾਂਗੇ, ਯੂਗੋ ਡੀ ਵੈਰਿਸ, ਸ਼ਰਮਾਕ ਤੇ ਕੌਰਿੰਸ ਦਾ। ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ। ਹੁਣ ਆਪਾਂ ਚੱਲਦੇ ਹਾਂ ਨੈਕਸਟ ਚੀਜ਼ ਉੱਤੇ, ਤੇ ਨੈਕਸਟ ਕੁਐਸਚਨ ਹੈ ਆਪਣੀ ਸਕਰੀਨ ਤੇ, which of the following character of P was studied by Mendel? ਇੱਥੇ ਕੀ ਆਣਾ ਸੀ? studied by Mendel। ਮੈਂਡਲ ਨੇ ਕਿਹੜਾ P ਦਾ ਕਰੈਕਟਰ ਸਟੱਡੀ ਕੀਤਾ ਸੀ? ਪਲਾਂਟ ਹਾਈਟ ਸਟੱਡੀ ਕੀਤੀ ਸੀ। ਸਟਾਰਚ ਗ੍ਰੇਨ ਸਾਈਜ਼ ਸਟੱਡੀ ਕੀਤਾ ਸੀ? ਨਹੀਂ ਕੀਤਾ ਸੀ। ਪੋਡ ਕਲਰ ਸਟੱਡੀ ਕੀਤਾ ਸੀ। ਪੋਡ ਸ਼ੇਪ ਸਟੱਡੀ ਕੀਤਾ ਸੀ। ਪਲਾਂਟ ਹਾਈਟ ਕਿਵੇਂ ਦੀ ਹੋ ਸਕਦੀ ਸੀ? ਟਾਲ ਵੀ ਹੋ ਸਕਦੀ ਸੀ, ਡਵਾਰਫ ਵੀ ਹੋ ਸਕਦੀ ਸੀ। ਠੀਕ ਹੈ, ਤੇ ਜਿਹੜਾ ਪੋਡ ਕਲਰ ਸੀ, ਮੈਂ ਤੁਹਾਨੂੰ ਟ੍ਰਿਕ ਯਾਦ ਕਰਾਈ ਸੀ ਕਿ ਪੀਜੀ ਟ੍ਰਿਕ ਤੋਂ ਤੁਸੀਂ ਯਾਦ ਕਰਨਾ ਹੈ ਕਿ ਜਿਹੜਾ ਡੋਮੀਨੈਂਟ ਵਾਲਾ ਹੋਏਗਾ ਉਹ ਪੋਡ ਕਲਰ ਦਾ ਗ੍ਰੀਨ ਹੋਏਗਾ, ਤੇ ਯੈਲੋ ਵਾਲਾ ਕਿਹੜਾ ਹੋਏਗਾ? ਰਿਸੈਸਿਵ ਵਾਲਾ। ਜੇ ਗੱਲ ਕਰੀਏ ਆਪਾਂ ਸੀਡ ਕਲਰ ਦੀ, ਤਾਂ ਸੀਡ ਕਲਰ ਕਿਹੜਾ ਡੋਮੀਨੈਂਟ ਹੋਏਗਾ? ਯੈਲੋ ਵਾਲਾ। ਠੀਕ ਹੈ, ਤੇ ਦੂਸਰਾ ਕੀ ਹੋਏਗਾ? ਗ੍ਰੀਨ ਵਾਲਾ, ਰਿਸੈਸਿਵ ਵਾਲਾ। ਠੀਕ ਹੈ, ਪੀਜੀ ਦੀ ਟ੍ਰਿਕ ਤੁਸੀਂ ਯਾਦ ਰੱਖਣੀ ਹੈ ਕਿ ਡੋਮੀਨੈਂਟ ਵਾਲਾ ਗ੍ਰੀਨ ਪੋਡ ਕਲਰ ਦਾ ਹੋਏਗਾ, ਤੇ ਡੋਮੀਨੈਂਟ ਵਾਲਾ ਸੀਡ ਕਲਰ ਕਿਹੜਾ ਹੋਏਗਾ? ਯੈਲੋ ਹੋਏਗਾ। ਇਹਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ, ਤਾਂ ਕਰਕੇ ਟ੍ਰਿਕ ਥਰੂ ਯਾਦ ਰੱਖਣਾ। ਹੁਣ ਪੋਡ ਸ਼ੇਪ ਕਿਵੇਂ ਹੋ ਸਕਦੀ ਹੈ? ਪੋਡ ਸ਼ੇਪ ਜਾਂ ਤਾਂ ਫੁੱਲ ਹੋ ਸਕਦੀ ਹੈ, ਜਾਂ ਫੁੱਲ ਨੂੰ ਆਪਾਂ ਹੋਰ ਵੀ ਕੀ ਕਿਹਾ ਸੀ? ਇਨਫਲੇਟਡ ਹੋ ਸਕਦੀ ਹੈ, ਜਾਂ ਫਿਰ ਕੀ ਹੋ ਸਕਦੀ ਹੈ? ਕਨਸਟ੍ਰਿਕਟਡ। ਕੀ ਹੋ ਸਕਦੀ ਹੈ? ਕਨਸਟ੍ਰਿਕਟਡ। ਸਮਝ ਵਿੱਚ ਆਇਆ ਇੱਥੇ ਤੱਕ ਸਾਰਿਆਂ ਨੂੰ? ਹੁਣ ਜਿਹੜਾ ਆਪਣੇ ਕੋਲ ਕੁਐਸਚਨ ਹੈ ਨਾ, ਵਿਚ ਆਫ ਦ ਫੋਲੋਇੰਗ ਕਰੈਕਟਰ ਆਫ P, ਇੱਥੇ ਨੋਟ ਹੋਏਗਾ। ਫਿਰ ਆਪਾਂ ਨੂੰ ਜਿਹੜਾ ਦੇਖ ਨਹੀਂ ਰਿਹਾ ਕਿ ਆਪਾਂ ਇਹ ਦੱਸਣਾ ਹੈ ਕਿ ਕਿਹੜਾ ਕਰੈਕਟਰ ਨਹੀਂ ਹੈ। ਤਾਂ ਪਲਾਂਟ ਹਾਈਟ ਪੜਿਆ ਸੀ, ਪੋਡ ਕਲਰ ਪੜਿਆ ਸੀ, ਪੋਡ ਸ਼ੇਪ ਪੜਿਆ ਸੀ। ਠੀਕ ਹੈ, ਮਤਲਬ ਜਿਹੜਾ ਸਟਾਰਚ ਗ੍ਰੇਨ ਦਾ ਸਾਈਜ਼ ਹੈ ਨਾ, ਉਹ ਕਰੈਕਟਰ ਨਹੀਂ ਹੈ।
ठीक है। फिर उस तो इलावा होर किहड़े-किहड़े करैक्टर ने, सीड दा शेप हो गया, सीड दा कलर हो गया, फ्लावर कलर हो गया ਤੇ ਫਲਾਰ ਦੀ ਪੋਜੀਸ਼ਨ ਕੀ ਹੋਏਗੀ। ਇਹ ਕੀ ਸੀ, ਮੈਂਡਲ ਦੇ 7 ਕਰੈਕਟਰਸ ਤੇ 7 ਕਰੈਕਟਰ ਸੀ ਤੇ ਸਾਰਿਆਂ ਦੇ ਕੀ ਸੀ, ਦੋ ਟ੍ਰੇਟਸ ਹੈਗੇ ਸੀ। 7 ਕਰੈਕਟਰਸ ਨੇ ਤੇ ਸਾਰਿਆਂ ਦੇ ਦੋ ਟ੍ਰੇਟਸ ਨੇ, ਮਤਲਬ ਕਿ 14 ਟ੍ਰੇਟਸ ਨੇ। ਤੇ ਮੈਂਡਲ ਨੇ ਇਹਨਾਂ ਦੀ ਹੀ ਕੀ ਕੀਤੀ ਸੀ, ਪੀ ਪਲਾਂਟ ਵਾਸਤੇ, ਯਾਨੀ ਕਿ ਪੀ ਪਲਾਂਟ ਦਾ ਕੀ ਨਾਮ ਹੈ, ਪਾਇਸਮ ਸੈਟਾਈਵਮ। ਪੀ ਪਲਾਂਟ ਵਾਸਤੇ ਹੀ ਇਹਨਾਂ ਨੇ ਸਟੱਡੀ ਕੀਤੀ ਸੀ, ਕਿਸ ਚੀਜ਼ ਦੀ, ਪੀ ਪਲਾਂਟ ਵਿੱਚ ਹੀ ਇਹਨਾਂ ਨੇ ਸਟੱਡੀ ਕੀਤੀ ਸੀ 7 ਕੰਟਰਾਸਟਿੰਗ ਪੇਅਰ ਆਫ ਕਰੈਕਟਰਸ ਦੀ। 7 ਕੰਟਰਾਸਟਿੰਗ पेयर जो आएगा, पेयर ऑफ क्या आएगा, ट्रेट आएगा, 7 कंट्रास्टिंग करैक्टर्स दी या 14 ट्रेट्स दी। ते तो आप की बना सकते सी 14 ट्रू ब्रीडिंग लाइन्स। कितनियां ट्रू ब्रीडिंग लाइन्स बन सकदियां सी, 14 ट्रू ब्रीडिंग लाइन्स। आई थिंक आई एम वेरी क्लियर टिल हियर। हुण चलदे अपने नेक्स्ट क्वेश्चन की तरफ। Which of the following is seen in blood group system? ਬਲੱਡ ਗਰੁੱਪ ਸਿਸਟਮ ਵਿੱਚ ਇਹਨਾਂ ਵਿੱਚ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ ਹੈ, ਜਿਹੜੀ ਮਲਟੀਪਲ ਐਲੀਲਿਜ਼ਮ ਹੈ ਆਪਾਂ ਨੂੰ ਕਿੱਥੇ ਵੇਖਣ ਨੂੰ ਮਿਲਦੀ ਹੈ, ਬਲੱਡ ਗਰੁੱਪ ਸਿਸਟਮ ਵਿੱਚ ਦੇਖਣ ਨੂੰ ਮਿਲਦੀ ਹੈ। ਤੇ ਮੈਂ ਤੁਹਾਨੂੰ ਐਕਸਪਲੇਨ ਵੀ ਕਰਾਂਗੀ। ਜਿਹੜੀ ਕੋਡੋਮੀਨੈਂਸ ਹੈ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਇਨਕੰਪਲੀਟ ਡੋਮੀਨੈਂਸ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਦੀ। ਤੇ ਬੋਥ 1 ਐਂਡ 2 ਆਪਣਾ ਆਨਸਰ ਆ ਜਾਏਗਾ। ਹੁਣ ਜਿਹੜਾ ABO ਬਲੱਡ ਗਰੁੱਪ ਸਿਸਟਮ ਹੈ, ABO ਬਲੱਡ ਗਰੁੱਪ ਸਿਸਟਮ, ਇਹਦੇ ਵਿੱਚ ਕੀ ਹੁੰਦਾ ਹੈ, हर ए ਜਿਹੜਾ A ਬਲੱਡ ਗਰੁੱਪ ਹੈ, B ਬਲੱਡ ਗਰੁੱਪ ਹੈ ਤੇ O ਬਲੱਡ ਗਰੁੱਪ ਹੈ। ਠੀਕ ਹੈ। ਜਿਹੜਾ A ਬਲੱਡ ਗਰੁੱਪ ਹੈ ਇਹਦੀ ਜੀਨ ਇੱਕ AB ਬਲੱਡ ਗਰੁੱਪ ਹੈ। ਠੀਕ ਹੈ। ਇੱਕ ਜਿਹੜਾ A ਬਲੱਡ ਗਰੁੱਪ ਹੈ ਇਹਦੀ ਜੀਨੋਟਾਈਪ ਕੀ ਹੋ ਸਕਦੀ ਹੈ, IA ਮਤਲਬ ਜਿਹੜੇ ਜੀਨ ਪ੍ਰੈਜ਼ੈਂਟ ਨੇ ਮੇਲ ਤੇ ਫੀਮੇਲ ਤੋਂ IA ਆ ਸਕਦੀਆਂ ਨੇ, ਜਾਂ IA ਤੇ IO ਆ ਸਕਦਾ ਹੈ। ਠੀਕ ਹੈ। IA ਉਦੋਂ ਬਣਦਾ ਜਦੋਂ A ਵਾਲੀ ਸ਼ੂਗਰ ਆਉਂਦੀ ਹੈ, IB ਉਦੋਂ ਬਣਦਾ ਜਦੋਂ B ਵਾਲੀ ਸ਼ੂਗਰ ਆਉਂਦੀ ਹੈ। ਠੀਕ ਹੈ। ਇਹਦੇ ਵਿੱਚ ਦੋ ਜੀਨੋਟਾਈਪ ਬਣ ਸਕਦੇ ਨੇ, IB ਤੇ IBIO। ਠੀਕ ਹੈ। ਹੁਣ ਜਿਹੜਾ O ਵਾਲਾ ਉਹਦਾ ਇੱਕ ਹੀ ਜੀਨੋਟਾਈਪ ਬਣਦਾ, ਉਹਦਾ ਇੱਕ ਹੀ ਜੀਨੋਟਾਈਪ ਬਣਦਾ, ਕਿਉਂਕਿ ਇਹ ਕਦੋਂ ਐਕਸਪ੍ਰੈਸ ਹੁੰਦੇ, ਜਦੋਂ ਕੋਈ ਸ਼ੂਗਰਸ ਨਹੀਂ ਬਣਦੇ। ਤੇ ਇਹਦੇ ਵਿੱਚ ਕਿਹੜੀ ਸ਼ੂਗਰ ਬਣਦੀ ਹੈ, ਜਦੋਂ IA ਤੇ IB ਸ਼ੂਗਰ ਦੋਵੇਂ ਬਣਨ। ਜਦੋਂ ਦੋਨੋਂ ਅਲੀਲਸ ਇਕੁਅਲੀ ਆਪਦੇ ਆਪ ਨੂੰ ਐਕਸਪ੍ਰੈਸ ਕਰ ਪਾਉਂਦੀਆਂ ਨੇ, ਜਦੋਂ ਦੋਵੇਂ ਜੀਨਸ ਇਕੁਅਲੀ ਆਪਦੇ ਆਪ ਨੂੰ ਐਕਸਪ੍ਰੈਸ ਕਰ ਪਾਉਂਦੀਆਂ ਨੇ, ਉਹਨੂੰ ਆਪਾਂ ਕੀ ਕਹਿੰਦੇ ਆ, ਕੋਡੋਮੀਨੈਂਸ। ਠੀਕ ਹੈ। ਤੇ ਆਪਾਂ ਨੂੰ ਬਲੱਡ ਗਰੁੱਪ ਸਿਸਟਮ ਵਿੱਚ ਕੋਡੋਮੀਨੈਂਸ ਵੀ ਦੇਖਣ ਨੂੰ ਮਿਲਦੀ ਹੈ। ਦੂਸਰੀ ਇਹਦੇ ਵਿੱਚ ਹੁਣ ਕੀ ਹੈ, ਮਲਟੀਪਲ ਐਲੀਲਸ ਨੇ, IA ਹੈਗੀ ਹੈ, IO ਹੈਗੀ ਹੈ ਤੇ IB ਹੈਗੀ ਹੈ। ਮਤਲਬ ਕਿ ਆਪਾਂ ਕੀ ਕੀਤਾ ਸੀ, ਜਦੋਂ ਸਟੈਮ ਹਾਈਟ ਦੀ ਜਦੋਂ ਆਪਾਂ ਗੱਲ ਕੀਤੀ ਸੀ ਤਾਂ ਉਹ ਟਾਲ ਹੋ ਸਕਦੀ ਸੀ, ਉਹ ਡਵਾਰਫ ਹੋ ਸਕਦੀ ਸੀ, ਹਨਾ। ਇਹਦੇ ਸਿਰਫ 2 ਫਾਰਮਸ ਸੀ, ਤਾਂ ਫਿਰ ਕੀ ਸੀ ਕਿ 2 ਅਲੀਲਸ ਹੀ ਬਣ ਸਕਦੀਆਂ ਸੀ। ਬਟ ਇਹਦੀ ਕੀ ਹੈ, ਮਲਟੀਪਲ ਅਲੀਲਸ, 3 ਅਲੀਲ ਬਣ ਸਕਦੀਆਂ। ਪਰ ਇੱਕ ਜੇ ਤੁਹਾਨੂੰ ਇਹ ਪੁੱਛਿਆ ਜਾਂਦਾ ਕਿ ਇੱਕ ਆਰਗੈਨਿਜ਼ਮ ਵਿੱਚ ਮਲਟੀਪਲ ਐਲੀਲਿਜ਼ਮ ਹੋ ਸਕਦੀ ਹੈ, ਨਹੀਂ ਹੋ ਸਕਦੀ। ਆਰਗੈਨਿਜ਼ਮ ਵਿੱਚ ਮਲਟੀਪਲ ਐਲੀਲਿਜ਼ਮ ਨਹੀਂ ਹੋ ਸਕਦੀ, 2 ਹੀ ਅਲੀਲਸ ਹੋ ਸਕਦੀਆਂ ਨੇ ਮੈਕਸਿਮਮ। ਬਟ ਮਲਟੀਪਲ ਐਲੀਲਿਜ਼ਮ ਦਾ ਕਨਸੈਪਟ ਕਿੱਥੇ ਆਉਂਦਾ ਹੈ, ਮਲਟੀਪਲ ਐਲੀਲਿਜ਼ਮ ਦਾ ਕਨਸੈਪਟ ਆਉਂਦਾ ਹੈ ਪੋਪੂਲੇਸ਼ਨ ਲੈਵਲ ਤੇ। ਠੀਕ ਹੈ। ਮਲਟੀਪਲ ਐਲੀਲਿਜ਼ਮ ਦਾ ਕਨਸੈਪਟ ਕਿੰਦੇ ਤੇ ਆਉਂਦਾ ਹੈ, ਪੋਪੂਲੇਸ਼ਨ ਲੈਵਲ ਤੇ ਆਉਂਦਾ ਹੈ ਮਲਟੀਪਲ ਐਲੀਲਿਜ਼ਮ ਦਾ ਕਨਸੈਪਟ। ਹੁਣ ਜਿਹੜਾ ਬਲੱਡ ਗਰੁੱਪ A ਵਾਲਾ ਹੋਏਗਾ ਉਹਦੇ ਵਿੱਚ ਜਾਂ ਤਾਂ IA ਵਾਲਾ ਕੰਬੀਨੇਸ਼ਨ ਹੋਏਗਾ ਜਾਂ I0 ਵਾਲਾ ਕੰਬੀਨੇਸ਼ਨ ਹੋਏਗਾ। ਬਲੱਡ ਗਰੁੱਪ B ਵਿੱਚ IB ਵਾਲਾ ਕੰਬੀਨੇਸ਼ਨ ਹੋਏਗਾ ਜਾਂ IB/I0 ਵਾਲਾ ਕੰਬੀਨੇਸ਼ਨ ਹੋਏਗਾ। ਤਾਂ ਜਦੋਂ ਆ ਵਾਲਾ ਕੰਬੀਨੇਸ਼ਨ ਵਿੱਚ ਆ ਰਿਹਾ ਹੈ, ਹਨਾ, ਤਾਂ ਇਹਦਾ ਮਤਲਬ ਕਿ ਇੱਥੇ ਇਨਕੰਪਲੀਟ ਡੋਮੀਨੈਂਸ ਤਾਂ ਨਹੀਂ ਹੁੰਦੀ। ਇਨਕੰਪਲੀਟ ਡੋਮੀਨੈਂਸ ਆ ਹੁੰਦੀ ਹੈ ਕਿ ਜਦੋਂ ਦੋਵੇਂ ਮੰਨ ਲਓ ਇੱਕ ਫਲਾਰ ਹੈ ਵਾਈਟ ਤੇ ਇੱਕ ਫਲਾਰ ਹੈ ਵਾਈਟ ਤੇ ਇੱਕ ਫਲਾਰ ਹੈ ਵਾਇਲਟ, ਤੇ ਰਿਜ਼ਲਟ ਵਿੱਚ ਉਹਨਾਂ ਦਾ ਜਿਹੜਾ ਫਲਾਰ ਬਣੇ ਉਹ ਬਣੇ ਪਿੰਕ। ਇਹਨੂੰ ਆਪਾਂ ਕਹਿੰਦੇ ਆ ਜਦੋਂ ਦੋਨਾਂ ਦੇ ਕਰੈਕਟਰਸ ਮਿਕਸ ਹੋ ਜਾਂਦੇ ਨੇ, ਥੋੜਾ ਦੋਨੋਂ ਹੀ ਡੋਮੀਨੇਟ ਕਰਦੇ ਨੇ, ਉਹਨੂੰ ਆਪਾਂ ਕਹਿੰਦੇ ਆ ਇਨਕੰਪਲੀਟ ਡੋਮੀਨੈਂਸ, ਜਿਹੜੀ ਕਿ ਇਹਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਇਹਦੇ ਵਿੱਚ ਮਿਕਸਿੰਗ ਨਹੀਂ ਹੋਈ ਕਿ A ਜੀਨ ਦੀ ਵੀ ਸ਼ੂਗਰ ਪ੍ਰੈਜ਼ੈਂਟ ਹੈ ਤੇ B ਜੀਨ ਦੀ ਵੀ ਸ਼ੂਗਰ ਪ੍ਰੈਜ਼ੈਂਟ ਹੈ। ਤਾਂ ਕਰਕੇ ਆਪਾਂ ਇਹਨੂੰ ਕੀ ਕਿਹਾ, ਕੋਡੋਮੀਨੈਂਸ ਦਾ ਕੇਸ ਕਿਹਾ। ਆਪਾਂ ਇਹਨੂੰ ਕੀ ਕਿਹਾ, ਕੋਡੋਮੀਨੈਂਸ ਦਾ ਕੇਸ ਕਿਹਾ। ठीक है। now let's move to the next question। ਹੁਣ ਆਪਾਂ ਇਹ ਦੱਸਣਾ ਹੈ ਪ੍ਰੋਟੋਪਲਾਜ਼ਮ ਲੈਕਸ, ਹੈ ਨਾ। ਮੈਂ ਤੁਹਾਨੂੰ ਆਲਰੇਡੀ ਪ੍ਰੋਟੋਪਲਾਸਟ ਲੈਕਸ, ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ ਜਿਹੜਾ ਪ੍ਰੋਟੋਪਲਾਜ਼ਮ ਹੈ, ਪ੍ਰੋਟੋਪਲਾਜ਼ਮ ਕੀ ਹੁੰਦਾ ਹੈ, ਸਾਈਟੋਪਲਾਜ਼ਮ ਪਲੱਸ ਨਿਊਕਲੀਅਸ। ਠੀਕ ਹੈ। ਤੇ ਫਿਰ ਪ੍ਰੋਟੋਪਲਾਸਟ ਕੀ ਹੁੰਦਾ ਹੈ, ਜਦੋਂ ਪ੍ਰੋਟੋਪਲਾਜ਼ਮ ਵਿੱਚ ਕੀ ਜੁੜ ਜੇ,
ਸੈੱਲ ਮੈਂਬਰੇਨ ਜੁੜ ਜੇ। ਕੀ ਜੁੜ ਜੇ? ਸੈੱਲ ਮੈਂਬਰੇਨ ਜੁੜ ਜੇ। ਤਾਂ ਆਪਾਂ ਦੱਸਣਾ ਕਿ ਇਹਨਾਂ ਵਿੱਚ ਕਿਹੜੀ ਚੀਜ਼ ਲੈਕ ਕਰਦਾ ਪ੍ਰੋਟੋਪਲਾਸਟ। ਤਾਂ ਪ੍ਰੋਟੋਪਲਾਸਟ ਲੈਕ ਕਰਦਾ ਹੈ ਸੈੱਲ ਵॉल ਨੂੰ, ਕਿਉਂਕਿ ਨਿਊਕਲੀਅਸ ਪ੍ਰੈਜ਼ੈਂਟ ਹੈ ਪ੍ਰੋਟੋਪਲਾਜ਼ਮ ਵਿੱਚ, ਸਾइटोप्लाज्म भी प्रेजेंट है ਤੇ ਸੈੱਲ ਮੈਂਬਰੇਨ ਵੀ ਪ੍ਰੈਜ਼ੈਂਟ ਹੈ। ਮਤਲਬ ਕਿਹੜੀ ਚੀਜ਼ ਨਹੀਂ ਇੰਕਲੂਡ ਹੁੰਦੀ ਪ੍ਰੋਟੋਪਲਾਸਟ ਵਿੱਚ? ਪ੍ਰੋਟੋਪਲਾਸਟ ਵਿੱਚ ਨਹੀਂ ਇੰਕਲੂਡ ਹੁੰਦੀ ਆਪਣੀ ਸੈੱਲ ਵਾਲ। ਸੈੱਲ ਵਾਲ ਕੀ ਹੁੰਦੀ ਹੈ? ਡੈਡ ਹੁੰਦੀ ਹੈ, ਕਿਉਂਕਿ ਸੈੱਲ ਵਾਲ ਕੀ ਹੁੰਦੀ ਹੈ? ਡੈਡ ਪਾਰਟ ਆਫ ਪਲਾਂਟ ਹੁੰਦਾ, ਠੀਕ ਹੈ। ਤੇ ਜਿਹੜਾ ਆਪਣਾ ਪ੍ਰੋਟੋਪਲਾਜ਼ਮ ਹੁੰਦਾ ਇਹਨੂੰ ਕੀ ਕਹਿੰਦੇ ਆ ਆਪਾਂ? ਲਿਵਿੰਗ ਪਾਰਟ ਆਫ ਪਲਾਂਟ। ਇਹਨੂੰ ਕੀ ਕਹਿੰਦੇ ਆ? ਲਿਵਿੰਗ ਪਾਰਟ ਆਫ ਪਲਾਂਟ। ਤੇ ਇੱਥੇ ਹੀ ਸਾਰੇ ਜਿਹੜਾ ਆਪਣਾ ਸਾइटोप्लाज्म ਹੈ, ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਇੱਕ ਚੀਜ਼ ਮੈਟਾਬੋਲਿਜ਼ਮ, ਤੇ ਸਾਰੀ ਮੈਟਾਬੋਲਿਕ ਜਿਹੜੀ ਐਕਟੀਵਿਟੀਜ਼ ਨੇ, ਸਾਰੀ ਮੈਟਾਬੋਲਿਕ ਐਕਟੀਵਿਟੀਜ਼ ਸੈਂਟਰ ਜਾਂ ਰੀਨਾ ਆਫ ਮੈਟਾਬੋਲਿਕ ਐਕਟੀਵਿਟੀ ਕੌਣ ਹੈ? ਸਾइटोप्लाज्म। ਤਾਂ ਕਰਕੇ ਇਹਨੂੰ ਆਪਾਂ ਕੀ ਕਹਿ ਦਿੰਦੇ ਆ ਪ੍ਰੋਟੋਪਲਾਜ਼ਮ ਨੂੰ, ਕਿ ਜਿਹੜਾ ਲਿਵਿੰਗ ਪਾਰਟ ਆਫ ਸੈੱਲ ਹੈ ਉਹ ਕਿਹੜਾ ਹੈ? ਆਪਣਾ ਸਾइटोप्लाज्म। ਤੇ ਪ੍ਰੋਟੋਪਲਾਜ਼ਮ ਕੀ ਲੈਕ ਕਰਦਾ ਹੈ? ਪ੍ਰੋਟੋਪਲਾਸਟ ਕੀ ਲੈਕ ਕਰਦਾ ਹੈ? ਸੈੱਲ ਵਾਲ। ਤੇ ਪ੍ਰੋਟੋਪਲਾਜ਼ਮ ਟਰਮ ਕਿਹਨੇ ਦਿੱਤੀ ਸੀ? ਪੁਰਕਿੰਜੇ ਨੇ। ਇਹ ਮੈਂ ਤੁਹਾਨੂੰ ਪਹਿਲੇ ਆਲਰੇਡੀ क्वेश्चंस ਵਿੱਚ ਕਰਾ ਚੁੱਕੀ ਹਾਂ। ਤੇ ਪ੍ਰੋਟੋਪਲਾਸਟ ਟਰਮ ਕਿਤੇ ਦਿੱਤੀ ਸੀ? ਕਿਹਨੇ ਦਿੱਤੀ ਸੀ? ਹੈਂਸਟੀਨ ਨੇ, ਠੀਕ ਹੈ। ਜਿਹੜੀ ਚੀਜ਼ ਮੈਂ ਕਰਾਤੀ ਉਹ ਮੈਂ ਦੁਬਾਰਾ ਨਹੀਂ ਲਿਖ ਰਹੀ, ਤੁਸੀਂ ਸਾਰੇ ਸੈਸ਼ਨਸ ਅਟੈਂਡ ਕਰਨੇ ਆ, ਠੀਕ ਹੈ। ਨਾਓ ਲੈਟਸ ਮੂਵ ਟੂ ਦ ਨੈਕਸਟ ਕੁਐਸਚਨ। ਅਗਲਾ ਕੁਐਸਚਨ ਹੈ ਆਪਣਾ ਪਾਵਰ ਹਾਊਸ ਆਫ ਦ ਸੈਲ। ਲੈ ਪਾਵਰ ਹਾਊਸ ਆਫ ਦ ਸੈਲ ਤੇ ਸਾਰਿਆਂ ਨੂੰ ਹੀ ਪਤਾ, ਤੇ ਇਹ ਕੁਐਸਚਨ ਕਿਸੇ ਦਾ ਗਲਤ ਨਹੀਂ ਹੋਣਾ ਚਾਹੀਦਾ। ਪਾਵਰ ਹਾਊਸ ਆਫ ਦ ਸੈਲ ਆਪਾਂ ਕਿਹਨੂੰ ਕਹਿੰਦੇ ਆ? ਮਾਈਟੋਕੌਂਡਰੀਆ ਨੂੰ। क्यों? क्योंकि इत्थे की फॉर्मेशन होंदी है एनर्जी दा, की बनदी है इत्थे ATP बनदी है। ATP की है? एनर्जी करेंसी ऑफ द सेल। ATP की है? एनर्जी करेंसी ऑफ द सेल, ठीक है। न्यूक्लियस का की काम है? न्यूक्लियस करदा है अपने पूरे सिस्टम ਨੂੰ कंट्रोल करदा है। इनका की काम है? कंट्रोल ਦਾ ਹੁੰਦਾ ਸਾਰਾ ਜਿਹੜਾ ਸੈੱਲ ਹੈ, ਸਾਰੇ ਸੈੱਲ ਦਾ ਕੰਟਰੋਲ ਹੁੰਦਾ ਹੈ ਨਿਊਕਲੀਅਸ ਕੋਲ, ਠੀਕ ਹੈ। ਜਿਹੜਾ ਰਾਈਬੋਸੋਮ ਹੈ ਇਹਦਾ ਕੀ ਕੰਮ ਹੈ? प्रोटीन सिंथेसिस ਦਾ। ਰਾਈਬੋਸੋਮ ਦਾ ਕੀ ਕੰਮ ਹੈ? प्रोटीन सिंथेसिस ਦਾ। ਕੱਲ ਨਾ ਮੈਂ ਟੈਲੀਗ੍ਰਾਮ ਗਰੁੱਪ ਵਿੱਚ ਕੁਐਸਚਨ ਪਾਇਆ ਕਿ ਜਿਹੜਾ ਰਾਈਬੋਸੋਮ ਹੈ ਹਨਾ, that forms protein and is formed of protein। ਤੇ ਕਈ ਬੱਚੇ ਨੇ ਉਹਨਾਂ ਦਾ ਆਨਸਰ ਪਤਾ ਕੀ ਕੀਤਾ? ਰਾਈਬੋਸੋਮ ਦੀ ਬਜਾਏ ਕਈ ਬੱਚੇ ਨੇ ਉਹਦਾ ਆਨਸਰ ਕੀਤਾ ਮਾਈਟੋਕੌਂਡਰੀਆ। ਮਾਈਟੋਕੌਂਡਰੀਆ ਬੇਟਾ ਪਾਵਰ ਹਾਊਸ ਆਫ ਦ ਸੈੱਲ ਹੈ, ਜਿੱਥੇ ਕਿ એનર્ਜੀ ਬਣਦੀ ਹੈ, ਨਾ ਕਿ ਪ੍ਰੋਟੀਨ ਦਾ ਸਿੰਥੇਸਿਸ ਹੁੰਦਾ ਹੈ। ਇਹ ਚੀਜ਼ ਹੁਣ ਤੁਸੀਂ ਯਾਦ ਰੱਖਣੀ ਹੈ। ਤੇ ਸਾइटोप्लाज्म ਵਿੱਚ ਕੀ ਹੁੰਦਾ ਹੈ? ਆਲ ਦਾ ਮੈਟਾਬੋਲਿਕ ਐਕਟੀਵਿਟੀਜ਼। ਸਾइटोप्लाज्म ਵਿੱਚ ਕੀ ਹੁੰਦਾ ਹੈ? ਮੈਟਾਬੋਲਿਕ ਐਕਟੀਵਿਟੀ। ਤੇ ਮੈਟਾਬੋਲਿਕ ਐਕਟੀਵਿਟੀ ਕਿੰਦੀ ਹੈਲਪ ਨਾਲ ਹੁੰਦੀ ਹੈ? ਸਾइटोप्लाज्मिक स्ट्रीमिंग ਜਾਂ ਸਾਈਕਲੋਸਿਸ ਨਾਲ। ਕਿੰਦੇ ਨਾਲ ਹੁੰਦੀ ਹੈ? ਸਾइटोप्लाज्मिक स्ट्रीमिंग ਜਾਂ ਸਾਈਕਲੋਸਿਸ ਨਾਲ। ਇੱਥੇ ਤੱਕ ਸਾਰੇ ਬੱਚਿਆਂ ਨੂੰ ਸਾਰਾ ਕੁਝ ਕਲੀਅਰ? ਨਾਓ ਲੈਟਸ ਮੂਵ ਟੂ ਦ ਨੈਕਸਟ ਕੁਐਸਚਨ। ਇਨਰ ਮੈਂਬਰੇਨ ਆਫ ਮਾਈਟੋਕੌਂਡਰੀਆ ਆਰ ਇਨਫੋਲਡਡ ਟੂ ਫਾਰਮ ਇਨਵੋਲੂਸ਼ਨਸ ਨੋਨ ਐਜ਼। ਜਿਹੜੀ ਮਾਈਟੋਕੌਂਡਰੀਆ ਦੀ ਇਨਰ ਮੈਂਬਰੇਨ ਹੁੰਦੀ ਹੈ ਉਹ ਕੀ ਕਰਦੀ ਹੈ? ਫੋਲਡ ਹੋ ਜਾਂਦੀ ਹੈ। ਮੰਨ ਲਓ ਇਹ ਮਾਈਟੋਕੌਂਡਰੀਆ ਹੈ ਨਾ, ਮਾਈਟੋਕੌਂਡਰੀਆ ਦੀ ਇਨਰ ਮੈਂਬਰੇਨ ਹੋਏਗੀ, ਆਊਟਰ ਮੈਂਬਰੇਨ ਹੋਏਗੀ, ਠੀਕ ਹੈ। ਇਹ ਇਨਰ ਮੈਂਬਰੇਨ ਹੈ, ਇਹ ਨਾ ਐਵੇਂ ਇਨਫੋਲਡਿੰਗਸ ਬਣਾਉਂਦੀ ਹੈ। ਤੇ ਇਹ ਜਿਹੜੀ ਇਨਫੋਲਡਿੰਗਸ ਬਣਾਉਂਦੀ ਉਹਨੂੰ ਆਪਾਂ ਕੀ ਨਾਮ ਦਿੰਦੇ ਆ? ਕਿ ਆਪਾਂ ਉਹਨੂੰ ਟਿਊਬਿਊਲ ਕਹਿੰਦੇ ਆ, ਲੈਮਿਲੇ ਕਹਿੰਦੇ ਆ, ਵੈਸਾਈਕਲ ਕਹਿੰਦੇ ਆ, ਕਿ ਕ੍ਰਿਸਟੇ ਕਹਿੰਦੇ ਆ? ਆਪਾਂ ਉਹਨਾਂ ਨੂੰ ਕੀ ਕਹਿੰਦੇ ਆ? ਕ੍ਰਿਸਟੇ ਕਹਿੰਦੇ ਆ। ਤੇ ਟਿਊਬਿਊਲ, ਲੈਮਿਲੇ ਤੇ ਵੈਸਾਈਕਲ ਕੀ ਨੇ? ਟਿਊਬਿਊਲ, ਲੈਮਿਲੇ ਤੇ ਵੈਸਾਈਕਲ ਕਿੰਦਾ ਪਾਰਟ ਨੇ? ਮੀਜ਼ੋਜ਼ੋਮ ਦਾ ਪਾਰਟ ਨੇ। ਇਹ ਆਪਾਂ ਕਦੋਂ ਪੜਿਆ ਸੀ? ਜਦੋਂ ਆਪਾਂ ਕੀ ਕੀਤਾ ਸੀ? ਪ੍ਰੋਕੈਰੀਓਟਿਕ ਸੈੱਲ ਦੀ ਕੀ ਕੀਤੀ ਸੀ ਆਪਾਂ? ਇਨਫੋਲਡਿੰਗਸ ਬਾਰੇ ਗੱਲ ਕੀਤੀ ਸੀ। ਸੋ ਪ੍ਰੋਕੈਰੀਓਟਿਕ ਸੈੱਲ ਮੈਂਬਰੇਨ ਵਿੱਚ ਕੀ ਹੁੰਦੀ ਹੈ? ਮੀਜ਼ੋਜ਼ੋਮ ਦੀ ਇਨਫੋਲਡਿੰਗ ਹੁੰਦੀ ਹੈ। ਕੀ ਹੁੰਦੀ ਹੈ? ਮੀਜ਼ੋਜ਼ੋਮ ਦੀ ਇਨਫੋਲਡਿੰਗ ਹੁੰਦੀ ਹੈ। ਤੇ ਕਿਸ ਦਾ ਕੰਮ ਕਰਦੇ ਨੇ? ਸਿਕਰੀਸ਼ਨ ਐਂਡ ਐਬਜ਼ੌਰਪਸ਼ਨ ਦਾ। ਟਿਊਬਿਊਲ, ਲੈਮਿਲਾ ਤੇ ਵੈਸਾਈਕਲਸ ਡਿਫਰੈਂਟ ਚੀਜ਼ਾਂ ਕੀ ਕਰਦੇ ਨੇ? ਸਿਕਰੀਟ ਕਰਦੇ ਨੇ। ਸਮਝ ਆਇਆ ਇੱਥੋਂ ਤੱਕ? ਜਿਹੜੀ ਮਾਈਟੋਕੌਂਡਰੀਆ ਦੀ ਮੈਂਬਰੇਨ ਹੈ ਇਹਦੀ ਇਨਫੋਲਡਿੰਗ ਨੂੰ ਆਪਾਂ ਕੀ ਕਹਿੰਦੇ? ਇਨਵੋਲੂਸ਼ਨ ਜਾਂ ਇਨਫੋਲਡਿੰਗ ਨੂੰ ਕੀ ਕਹਿੰਦੇ ਆਪਾਂ? ਕ੍ਰਿਸਟੇ। ਕੀ ਕਹਿੰਦੇ ਆਪਾਂ? ਕ੍ਰਿਸਟੇ। ਸਮਝ ਆਇਆ ਇੱਥੇ ਤੱਕ? ਹੁਣ ਆਪਣਾ ਨੈਕਸਟ ਕੁਐਸਚਨ ਹੈ, ਜਿਹੜਾ ਮਾਈਟੋਕੌਂਡਰੀਆ ਹੁੰਦਾ ਉਹਦੀ ਆਪਾਂ ਇਨਰ ਮੈਂਬਰੇਨ ਦੀ ਤਾਂ ਗੱਲ ਕੀਤੀ। ਜਿਹੜੀ ਆਊਟਰ ਮੈਂਬਰੇਨ ਹੈ ਨਾ, ਆਊਟਰ ਮੈਂਬਰੇਨ ਆਫ ਮਾਈਟੋਕੌਂਡਰੀਆ ਬੀਅਰਸ ਪ੍ਰੋਟੀਨ ਚੈਨਲਸ। ਉਹ ਕੀ ਬੀਅਰ ਕਰਦਾ ਹੈ? ਪ੍ਰੋਟੀਨ ਚੈਨਲਸ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਐਕਸਟ੍ਰਿੰਸਿਕ ਚੈਨਲ ਕਹਿੰਦੇ ਆ, ਸੋਡੀਅਮ ਪੋਟਾਸ਼ੀਅਮ ਪੰਪ ਕਹਿੰਦੇ ਆ, ਰਫ ਐਂਡੋਪਲਾਜ਼ਮਿਕ ਰੈਟੀਕੂਲਮ ਕਹਿੰਦੇ ਆ, ਜਾਂ ਪੋਰਿਨਸ ਕਹਿੰਦੇ ਆ। ਤਾਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਬੇਟਾ? ਪੋਰਿਨਸ ਕਹਿੰਦੇ ਆ। ਕੀ ਕਹਿੰਦੇ ਆ? ਜਿਹੜੇ ਮਾਈਟੋਕੌਂਡਰੀਆ ਦੇ ਉੱਤੇ ਪ੍ਰੋਟੀਨ ਚੈਨਲਸ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ?
ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਪੋਰਿੰਸ ਕਹਿੰਦੇ ਆ। ਪ੍ਰੋਟੀਨ ਚੈਨਲਸ ਹੁੰਦੇ ਨੇ ਪਰ ਪ੍ਰੋਟੀਨ ਸਿੰਥੇਸਿਸ ਨਹੀਂ ਕਰਦਾ। ਰਾਈਬੋਸੋਮ ਦਾ ਕੰਮ ਹੈ ਪ੍ਰੋਟੀਨ ਸਿੰਥੇਸਿਸ, ਠੀਕ ਹੈ। ਪਾਵਰ ਹਾਊਸ ਆਫ ਦ ਸੈੱਲ ਹੁੰਦਾ ਮਾਈਟੋਕੌਂਡਰੀਆ। ਹੁਣ ਇਹ ਗਲਤੀ ਕੋਈ ਵੀ ਨਹੀਂ ਕਰੇਗਾ। ਦੂਸਰੀ ਚੀਜ਼, ਜਿਹੜਾ ਐਕਸਟ੍ਰਿੰਸਿਕ ਚੈਨਲ ਹੈ, ਇਹ ਐਕਸਟ੍ਰਿੰਸਿਕ ਪ੍ਰੋਟੀਨ ਹੈ, ਇਹ ਆਪਾਂ ਕਿਹਦੇ ਵਿੱਚ ਪੜ੍ਹੇ ਸੀ, ਸੈੱਲ ਮੈਂਬਰੇਨ ਦੇ ਵਿੱਚ ਪੜ੍ਹੇ ਸੀ। ਕਿਹਦੇ ਵਿੱਚ ਪੜ੍ਹੇ ਸੀ, एक्सटर्नल प्रोटीन्स, एक्सट्रिंसिक प्रोटीन्स ਜਿਹੜੇ ਕਿ ਸਰਫੇਸ ਤੇ ਪ੍ਰੈਜ਼ੈਂਟ ਹੁੰਦੇ ਆ ਮੈਂਬਰੇਨ ਦੇ। ਜਿਹੜਾ ਸੋਡੀਅਮ ਪੋਟਾਸ਼ੀਅਮ ਪੰਪ ਹੈ ਉਹ ਵੀ ਕਿੱਥੇ ਪ੍ਰੈਜ਼ੈਂਟ ਹੁੰਦਾ ਹੈ, ਸੈੱਲ ਮੈਂਬਰੇਨ ਤੇ ਪ੍ਰੈਜ਼ੈਂਟ ਹੁੰਦਾ ਹੈ। ਤੇ ਸੋਡੀਅਮ ਤੇ ਪੋਟਾਸ਼ੀਅਮ ਦਾ ਇਨਫਲਕਸ ਕਰਾਉਂਦਾ ਹੈ ਕਿੰਦੇ ਵਿੱਚ, ਜਦੋਂ ਆਪਾਂ ਕੀ ਕਰਾਣੀ ਹੋਵੇ, ਨਰਵ ਇੰਪਲਸ ਜਨਰੇਟ ਕਰਾਣੀ ਹੋਵੇ। ਕੀ ਕਰਾਣੀ ਹੋਵੇ, ਨਰਵ ਇੰਪਲਸ ਜਨਰੇਟ ਕਰਾਣੀ ਹੋਵੇ, ਉਦੋਂ ਕੰਮ ਆਉਂਦਾ ਹੈ ਸੋਡੀਅਮ ਪੋਟਾਸ਼ੀਅਮ ਪੰਪ, ਜਿਹੜਾ ਕਿ ਆਪਾਂ ਨਰਵਸ ਸਿਸਟਮ ਵਿੱਚ ਪੜਾਂਗੇ। ਤੇ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਕੀ ਹੈ, ਇਹਦੇ ਉੱਤੇ ਕੀ ਪ੍ਰੈਜ਼ੈਂਟ ਹੁੰਦੇ ਆ, ਰਾਈਬੋਸੋਮ ਪ੍ਰੈਜ਼ੈਂਟ ਹੁੰਦੇ ਆ ਤੇ ਇਹਦਾ ਕੰਮ ਹੁੰਦਾ ਹੈ ਪ੍ਰੋਟੀਨ ਸਿੰਥੇਸਿਸ ਦਾ। ਤੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਕੀ ਬਣਾਉਂਦਾ ਹੈ, ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਬਣਾਉਂਦਾ ਹੈ ਲਿਪਿਡਸ। ਕੀ ਬਣਾਉਂਦਾ ਹੈ, ਲਿਪਿਡਸ। ਹੁਣ ਮੈਂ ਤੁਹਾਨੂੰ ਨਾ ਕੱਲ ਟੈਸਟ ਕ੍ਰੋਸ ਕਰਾਇਆ ਸੀ। ਟੈਸਟ ਕ੍ਰੋਸ ਇਜ਼ ਯੂਜ਼ਡ ਟੂ ਫਾਈਂਡ, ਟੈਸਟ ਕ੍ਰੋਸ ਕਿਹਨੂੰ ਫਾਈਂਡ ਆਊਟ ਕਰਦਾ ਹੈ, ਜੀਨੋਟਾਈਪ ਆਫ ਹੋਮੋਜ਼ਾਈਗਸ ਪੇਅਰ ਆਫ ਜੀਨ। मतलब कैपिटल टी है, कैपिटल टी स्मॉल टी है या स्मॉल टी है ना, ये कॉम्बिनेशन बन सकते हैं जीन दे। मान लो कि कोई डवाफ है ना, डवाफ मतलब रिसेसिव वाला है, ते आ जिहड़ा की है डोमिनेंट है ना, तां ही इन्हां दोनों फॉर्म्स विच आ रहा है। हुण तुसीं मैनूं इस क्वेश्चन तो दसो, टेस्ट क्रॉस इज यूज्ड टू फाइंड जीनोटाइप ऑफ होमोजाइगस पेयर ऑफ जीन। कि आपां नूं होमोजाइगस पेयर ऑफ जीन लभना हुंदा है, नहीं। जीनोटाइप ऑफ डोमिनेंट ट्रेट, डोमिनेंट ट्रेट का की जीनोटाइप होएगा। हुण जिहड़ा कैपिटल टी है आ भी टॉल है ना, कैपिटल टी स्मॉल टी ए भी टॉल है। हुण दोनों दे दोनों टॉल ने, पर एक दे विच किहड़ी कंडीशन प्रेजेंट है, हेटरोजाइगस। एक विच किहड़ी कंडीशन प्रेजेंट है, होमोजाइगस। जदों रिसेसिव होएगा उदों तो आपां नूं पता ही होएगा कि जिहड़ा होमोजाइगस कंडीशन है उहदे नाल ही रिसेसिव बनिया, मतलब दोवां दा जीनोटाइप स्मॉल टी है। बट जदों आपां डोमिनेंट ट्रेट दा करैक्टर कढना ना, उदों आपां नूं दसना पएगा। हाँ, जीनोटाइप ऑफ रिसेसिव ट्रेट की आपां नूं दसना पेगा, नहीं वो तो आपां नूं फिनोटाइप वेख के ही पता चल जाएगा कि वो तो आपदे आप नूं एक्सप्रैस ही उदों कर पांदा जदों दोनों दे दोनों जीन्स किहड़े होण, रिसेसिव वाले होण। जीनोटाइप ऑफ अ नोन प्लांट, जदों प्लांट दा अननोन होएगा, जदों प्लांट अननोन होएगा, जदों आपां नूं पता नहीं होएगा कि जे टॉल है तो केड़ा टॉल है, कैपिटल टी स्मॉल टी वाला या कैपिटल टी वाला, मतलब कि प्लांट की होएगा, अननोन होएगा। अननोन प्लांट वास्ते आपां की करदे हां, टेस्ट क्रॉस करदे हां। अननोन प्लांट वास्ते आपां की करदे हां, टेस्ट क्रॉस करदे हां। समझ आया? आई थिंक आई एम वेरी क्लियर टिल हियर। हुण आपां गल करनी है प्लास्टिड्स के बारे। विच ऑफ द फॉलोइंग इज ट्रू अबाउट प्लास्टिड? इट इज अ डबल मैम्ब्रेन बाउंड ऑर्गेनेली। मैं तुहानूं उस दिन दस्सिया सी कि जिहड़ा न्यूक्लियस है, माइटोकॉन्ड्रिया ते प्लास्टिड्स ने, ये तीनों दे तीनों की ने, डबल मैम्ब्रेन बाउंड ऑर्गेनेली ने। तो जिहड़ा अपना फर्स्ट पॉइंट हो गया, ये तो ट्रू हो गया, ठीक है। जिहड़ा सैकेंड पॉइंट है वो अपना की है, सैमी ऑटोनॉमस ऑर्गेनेली है। हाँ बिल्कुल, जिहड़ा आपदा थोड़ा जा प्रोटीन सिंथेसिस कर सके। हुण जिहड़ा उन्होंने कह कि माइटोकॉन्ड्रिया भी सैमी ऑटोनॉमस है, प्रोटीन बनाता है, पर मेन रोल किंदा है, राइबोसोम दा। जिहड़ी मेन एक्टिविटी है वो सिर्फ आपदे वास्ते बना रहा है ना। जो प्रोटीन सिंथेसिस तुहानूं बॉडी वास्ते पूछा गया, नॉर्मली पूछा गया, जिहड़ा जिन्ना स्पैसिफिक काम होएगा तुसीं ओनू ही टिक लगाओगे, ठीक है। तो ये की है, सैमी ऑटोनॉमस है। दे हैव डेवलप्ड फ्रॉम कलरलैस प्रीकर्सर्स। बिल्कुल, ये किंदे तो डेवलप होंदे ने, प्रोप्लास्टिड्स तो। किंदे तो डेवलप होंदे ने, प्रोप्लास्टिड्स तो बनदे ने। की प्रोप्लास्टिड तो बनदे ने प्लास्टिड्स। ते प्लास्टिड किहड़े-किहड़े हो सकदे ने? ल्यूकोप्लास्ट हो सकता है, माइलोप्लास्ट हो सकता है, क्लोरोप्लास्ट हो सकता है, क्रोमोप्लास्ट हो सकता है। ते इन्हां दा कोई उस तो पहले कोई मटीरियल तो होएगा जिंदे तो बनदे ने, उन्हां नूं आपां की कहने आ? प्रोप्लास्टिड कहने आ, ठीक है। तो जिहड़े इस क्वेश्चन दे रिलेटेड सारे दे सारे स्टेटमेंट्स ने वो ट्रू ने, ठीक है। हुण ये मैं तुहानूं ऑलरेडी दस चुकी हाँ कि अपनी फ्री दी डैमो क्लास जिहड़ी होएगी वो 3 दिन वास्ते अपनी फ्री डैमो क्लास होएगी, ठीक है। तो तुसीं इस नंबर पे कॉल कर सकते हो जे तुहानूं कोई भी डाउट है, तुसीं जे बैच परचेज करना चाहते हो। सब तो पहले तो तुसीं 3 डेज फ्री डैमो क्लास लगानी है, ठीक है।
ਔਰ ਇਟ ਇਜ਼ ਸਟਾਰਟਿੰਗ ਫਰੋਮ 20th ਆਫ ਮਾਰਚ 20th ਆਫ ਮਾਰਚ ਤੋਂ ਤੁਹਾਡੇ ਮਾਸਟਰ ਕੈਡਰ ਦੀ ਫੁੱਲ ਫਲੈਸ਼ਡ ਤਿਆਰੀ ਸ਼ੁਰੂ ਹੋ ਜਾਏਗੀ। ਜਿਹੜਾ ਜ਼ੂਲੌਜੀ ਕੈਮਿਸਟਰੀ ਤੇ ਬੋਟਨੀ ਤਿੰਨੋਂ ਸਬਜੈਕਟਸ ਦਾ ਕੰਬੀਨੇਸ਼ਨ ਹੈ ਜਿਨ੍ਹਾਂ ਕੋਲ ਉਹ ਇਸ ਚੀਜ਼ ਨੂੰ ਲੈ ਸਕਦੇ ਨੇ। 11,000 ਹੈ ਜਿੰਦੇ ਵਿੱਚ ਸਾਨੂੰ ਲਾਈਵ ਕਲਾਸਿਸ, ਪ੍ਰੈਕਟਿਸ ਸੈਸ਼ਨ, डाउट सॉल्विंग, टेस्ट सीरीज, नोट्स वगैरह सब कुछ मिलेगा। इट इज़ अ वन स्टॉप सोल्यूशन ਤੁਹਾਡੀ ਪ੍ਰੈਪਰੇਸ਼ਨ ਵਾਸਤੇ, ਠੀਕ ਹੈ। ਤੇ ਆਪਾਂ ਇਹ ਆਨਲਾਈਨ ਜਿਹੜਾ ਆਪਣਾ ਬੈਚ ਹੈ ਉਹ ਰਹੇਗਾ। ਇਸ ਤੋਂ ਬਾਅਦ ਆਪਾਂ ਆਫਲਾਈਨ ਜਿਹੜਾ ਸਟਾਰਟ ਕਰਾਂਗੇ ਉਹਦੇ ਵਿੱਚ ਹਲੇ 3-4 ਮਹੀਨਿਆਂ ਦਾ ਟਾਈਮ ਹੈ, 3 to 4 ਮੰਥਸ ਦਾ ਟਾਈਮ ਹੈ। ਤੇ ਜਿਹੜੀ ਆਪਣੀ ਟੈਸਟ ਸੀਰੀਜ਼ ਆਏਗੀ, ਟੈਸਟ ਸੀਰੀਜ਼ ਆਪਣੀ ਮਿਡ ਆਫ ਅਪ੍ਰੈਲ ਵਿੱਚ ਆ ਜਾਏਗੀ, ਹੈ ਨਾ, ਅਰਾਊਂਡ 15th April। ਮਿਡ ਆਫ ਅਪ੍ਰੈਲ ਵਿੱਚ ਆਪਣੀ ਟੈਸਟ ਸੀਰੀਜ਼ ਆ ਜਾਏਗੀ ਤੇ ਇਹਦੇ ਵਿੱਚ ਆਪਣਾ ਕੀ ਰਹੇਗਾ, 3 days ਦਾ ਡੈਮੋ ਫ੍ਰੀ ਰਹੇਗਾ ਜਿਹੜਾ ਕਿ ਤੁਸੀਂ ਸਾਰਿਆਂ ਨੇ ਅਟੈਂਡ ਕਰਨਾ, ਠੀਕ ਹੈ। ਤੇ ਉਹ ਕਿਵੇਂ ਹੋਏਗਾ ਤੁਹਾਨੂੰ ਮੈਂ ਲਿੰਕ ਸ਼ੇਅਰ ਕਰ ਦਾਂਗੀ। ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ, ਮਾਸਟਰ ਕੈਡਰ ਸਾਇੰਸ ਬਾय ਰਿਦਮ ਮੈਮ, ਉਹ ਚੈਨਲ ਜੁਆਇਨ ਕਰ ਲਓਗੇ, ਤੁਹਾਨੂੰ ਸੈਸ਼ਨ ਦੇ ਸਾਰੇ PDFs ਉੱਥੇ ਮਿਲ ਜਾਣਗੇ। ਹੁਣ ਮੈਂ ਅੱਜ ਕੀ ਕਰਾਂਗੀ, ਜਿਹੜਾ ਆਹ ਵਾਲੇ ਕੁਐਸਚਨਸ ਦਾ PDF ਆ ਵੀ ਤੁਹਾਨੂੰ ਦਿਆ ਕਰਾਂਗੀ, ਤਾਂ ਕਰਕੇ ਕਿ ਤੁਸੀਂ ਬਾਅਦ ਚੋਂ ਕੁਐਸਚਨਸ ਨੂੰ ਅਟੈਂਪਟ ਕਰੋ। ਜਦੋਂ ਤੁਸੀਂ ਉਹ ਕੁਐਸਚਨਸ ਨੂੰ ਦੁਬਾਰਾ ਦੇਖੋਗੇ ਨਾ ਜਿਹੜੇ ਕਲਾਸ 'ਚ ਕੀਤੇ ਹੋਣਗੇ, ਫਿਰ ਤੁਹਾਨੂੰ ਨਾਲ ਨਾਲ ਜਿਹੜਾ ਮੈਂ ਕਨਸੈਪਟ ਸਮਝਾਇਆ ਉਹਦੇ ਰਿਲੇਟਿਡ ਉਹ ਵੀ ਤੁਹਾਨੂੰ ਸਮਝ ਆਏਗਾ, ਠੀਕ ਹੈ। ਤੇ ਤੁਹਾਡੀ ਹੁਣ MCQs ਦੀ ਜਿਹੜੀ ਸੀਰੀਜ਼ ਹੈ ਉਹ ਨੈਕਸਟ ਵੀਕ ਤੋਂ ਡੇਲੀ ਹੋਇਆ ਕਰੇਗੀ। ਹੁਣੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਆਪਣੀ ਥੋੜੀ ਜਿਹੀ ਆ ਪ੍ਰੋਬਲਮ ਚੱਲ ਰਹੀ ਹੈ ਕਿ ਆਪਾਂ ਬੈਚ ਲਾਂਚ ਕਰਨਾ ਹੈ ਤੇ ਉਹਦੇ ਸਾਰੇ ਮਟੀਰੀਅਲ ਦੀ ਪ੍ਰੈਪਰੇਸ਼ਨ ਵਿੱਚ ਮੈਂ ਥੋੜੀ ਜਿਹੀ ਬਿਜ਼ੀ ਹਾਂ, ਠੀਕ ਹੈ। ਪਰ ਆਪਾਂ ਹੁਣ ਕੀ ਕਰਨਾ ਹੈ, ਜਿਹੜਾ ਆਪਣਾ ਆ ਬੈਚ ਹੈ ਇਹਦੀ ਫ੍ਰੀ ਡੈਮੋ ਕਲਾਸ ਤੁਸੀਂ ਲਗਾਣੀ ਹੈ। ਜੇ ਤੁਸੀਂ ਬੋਟਨੀ ਦਾ ਸਿਰਫ ਲੈਣਾ ਹੈ ਤਾਂ 5,000 ਵਿੱਚ ਮਿਲੇਗਾ, ਜ਼ੂਲੌਜੀ ਦਾ ਵੀ ਸਿਰਫ 5,000 ਵਿੱਚ ਮਿਲੇਗਾ। ਜੇ ਕੱਲਾ ਕੈਮਿਸਟਰੀ ਦਾ ਲੈਣਾ ਤਾਂ 6,000 ਹੈ, ਠੀਕ ਹੈ। ਇਹ ਓਵਰਆਲ ਆਪਣੇ ਕੋਲ 16,000 ਦਾ ਬੈਚ ਹੋ ਜਾਂਦਾ ਹੈ। ਬਟ ਜੇ ਤੁਸੀਂ ਤਿੰਨੋਂ ਸਬਜੈਕਟ ਲੈਣੇ ਤਾਂ ਤੁਹਾਨੂੰ ਡਿਸਕਾਊਂਟ ਹੈਗਾ, ਤੁਹਾਨੂੰ ਇਹ ਪੈ ਜਾਏਗਾ ਮਾਤਰ 11,000 ਵਿੱਚ, ਠੀਕ ਹੈ। ਤੇ ਮੰਨ ਲਓ ਜੇ ਤੁਸੀਂ ਸਿਰਫ ਬੋਟਨੀ ਤੇ ਜ਼ੂਲੌਜੀ ਲੈਣੀ ਹੈ, ਠੀਕ ਹੈ, ਸਿਰਫ ਬੋਟਨੀ ਤੇ ਜ਼ੂਲੌਜੀ ਲੈਣੀ ਹੈ ਤਾਂ ਇਹਦੇ ਵਿੱਚ ਵੀ ਤੁਹਾਨੂੰ 2,500 ਦਾ ਡਿਸਕਾਊਂਟ ਮਿਲ ਜਾਏਗਾ, ਯਾਨੀ ਕਿ 7,500 ਰੁਪੀਜ਼ ਦਾ ਤੁਹਾਨੂੰ ਆ ਬੈਚ ਮਿਲ ਜਾਏਗਾ। ਇਹਦੇ ਵਿੱਚ ਤੁਹਾਡੇ ਟੈਸਟ ਸੀਰੀਜ਼, ਪ੍ਰੈਕਟਿਸ ਸੈਸ਼ਨਸ, ਮੰਨ ਲਓ ਇੱਕ ਹੋਰ ਇੰਪੋਰਟੈਂਟ ਚੀਜ਼, ਤੁਹਾਨੂੰ ਕੋਈ ਡਾਊਟ ਆ ਰਿਹਾ ਹੈ, ਠੀਕ ਹੈ, ਹਲੇ ਆਪਣਾ ਜਿਹੜਾ ਆਫਲਾਈਨ ਸੈਂਟਰ ਹੈ ਉਹ ਤਿਆਰ ਕਰ ਰਹੇ ਆਪਾਂ, ਠੀਕ ਹੈ, ਹਲੇ ਉਹ ਰੈਡੀ ਨਹੀਂ ਹੋਇਆ, ਤਾਂ ਕਰਕੇ ਤੁਹਾਡੇ 3 ਮਹੀਨਿਆਂ ਬਾਅਦ ਜਿਹੜਾ ਆਪਣਾ ਆਫਲਾਈਨ ਵਾਲਾ ਸਿਸਟਮ ਵੀ ਸਟਾਰਟ ਹੋ ਜਾਏਗਾ। ਤੇ ਜਿਨ੍ਹਾਂ ਨੇ ਇੱਕ ਵਾਰੀ ਆਨਲਾਈਨ 'ਚ ਪੇ ਕਰਤਾ ਉਹਨਾਂ ਤੋਂ ਆਪਾਂ ਆਫਲਾਈਨ 'ਚ ਵੀ ਜੇ ਉਹਨਾਂ ਨੇ ਆਣਾ ਹੋਇਆ ਤਾਂ ਦੁਬਾਰਾ ਪੇ ਨਹੀਂ ਕਰਵਾਵਾਂਗੇ। ਤੇ ਦੂਸਰੀ ਚੀਜ਼ ਹੈ ਤੁਹਾਡਾ ਜਿਹੜਾ ਵੀਕਲੀ ਆਫਲਾਈਨ ਮੀਟਅਪ ਹੋ ਸਕਦਾ ਹੈ, ਠੀਕ ਹੈ। ਵੀਕਲੀ ਜੇ ਤੁਸੀਂ ਡਾਊਟ ਪੁੱਛਣ ਵਾਸਤੇ ਆਣਾ ਹੈ, ਟੈਸਟ ਵਾਸਤੇ ਆਣਾ ਹੈ ਤਾਂ ਤੁਸੀਂ ਆਫਲਾਈਨ ਵੀ ਆ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ ਆਪਣੇ ਡਾਊਟਸ ਕਲੀਅਰ ਕਰਨ ਵਾਸਤੇ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਆਪਣੀ ਨੈਕਸਟ ਚੀਜ਼ ਦੀ ਔਰ, ਆਪਣਾ ਨੈਕਸਟ ਕੁਐਸਚਨ ਆਪਾਂ ਕਰਦੇ ਹਾਂ। ਆਈ ਥਿੰਕ ਆਈ ਐਮ ਵੈਰੀ ਕਲੀਅਰ ਟਿਲ ਹੇਅਰ। ਹੁਣ ਇਹ ਗੱਲ ਆ ਗਈ, which of the following are not leucoplast, ਇਹਨਾਂ ਵਿੱਚੋਂ ल्यूकोप्लास्ट ਕਿਹੜਾ ਨਹੀਂ ਹੈਗਾ। ਜਿਹੜੇ ਨਾ ਹੁਣ ਮੈਂ ਤੁਹਾਨੂੰ 3 ਦੱਸੇ ਸੀ, ਹਨਾ, 3 ਦੱਸੇ ਸੀ। ਇੱਕ ਦੱਸਿਆ ल्यूकोप्लास्ट, ਇੱਕ ਦੱਸਿਆ क्रोमोप्लास्ट ਤੇ ਇੱਕ ਦੱਸਿਆ क्लोरोप्लास्ट, ठीक है। ਇਹ ਤਿੰਨ ਕੀ ਨੇ, ਇਹ ਤਿੰਨੋਂ ਦੇ ਤਿੰਨੋਂ ਨੇ ਪਲਾਸਟਿਡ ਦੇ ਟਾਈਪਸ। ਇਹ ਕੀ ਨੇ, ਤਿੰਨੋਂ ਦੇ ਤਿੰਨੋਂ ਪਲਾਸਟਿਡ ਦੇ ਟਾਈਪਸ। ਹੁਣ ਫਰਦਰ ल्यूकोप्लास्ट ਜਿਹੜਾ ਹੈ ਉਹਦੇ ਵਿੱਚ ਕੀ ਹੁੰਦਾ, ਅਮਾਈਲੋਪਲਾਸਟ, ਪ੍ਰੋਟੀਓਪਲਾਸਟ ਤੇ ਇਲਿਊਰੋਪਲਾਸਟ। ਇਹਨਾਂ ਦੇ ਕੀ ਫੰਕਸ਼ਨਸ ਨੇ ਇਹ ਆਪਾਂ ਨੈਕਸਟ ਵਾਰੀ ਕਰਾਂਗੇ। ਓਬਵੀਅਸਲੀ ਹੋਰ ਮੈਂ ਤੁਹਾਡਾ ਸੈਸ਼ਨ ਪਲਾਨ ਕੀਤਾ ਹੋਇਆ ਹੈ ਜਿਹਦੇ ਵਿੱਚ ਐਸ ਰਿਲੇਟਿਡ ਕੁਐਸਚਨ ਹੈਗੇ ਨੇ, ਆਪਾਂ ਡਿਟੇਲ 'ਚ ਕਰਨਾ ਹੈ। ਤੇ ਚੌਥਾ ਹੈ ਆਪਣਾ क्रोमोप्लास्ट, ठीक है। क्रोमोप्लास्ट इज अ टाइप ऑफ प्लास्टिड। ਤੇ ल्यूकोप्लास्ट ਵਿੱਚ ਕਿਹੜੀ ਕਿਹੜੀ ਚੀਜ਼ ਪ੍ਰੈਜ਼ੈਂਟ ਨੇ, ਉਹਨੇ ਅਮਾਈਲੋਪਲਾਸਟ, ਪ੍ਰੋਟੀਓਪਲਾਸਟ ਤੇ ਇਲਿਊਰੋਪਲਾਸਟ। आई थिंक आई एम वेरी क्लीयर टिल हेयर। ਇੱਥੇ ਤੱਕ ਤੁਹਾਨੂੰ ਸਾਰੀ ਚੀਜ਼ ਸਮਝ ਆਈ, ਠੀਕ ਹੈ। ਆਪਣਾ ਨੈਕਸਟ ਕੁਐਸਚਨ ਆਏਗਾ ਤੇ ਜਿਵੇਂ ਹੁਣ ਇੱਥੇ ਨਾ ਤੁਹਾਡਾ ਇੱਕ ਕੁਐਸਚਨ ਦਾ ਫੰਕਸ਼ਨ ਪੂਰਾ ਹੋ ਜਾਏਗਾ, ਤੁਹਾਨੂੰ ਪਤਾ ਚੱਲ ਜਾਏਗਾ। ਐਵੇਂ ਆਪਣੇ ਕੁਐਸਚਨਸ ਪਲਾਨਡ ਨੇ, ਤਾਂ ਕਰਕੇ ਤੁਸੀਂ ਇਸ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਕਿ ਮੈਮ ਆਹ ਵਾਲਾ ਤੁਸੀਂ ਹਲੇ ਇੱਥੇ ਐਕਸਪਲੇਨ ਨਹੀਂ ਕੀਤਾ। ਓਬਵੀਅਸਲੀ ਜਿਹੜੀ ਮੈਂ ਚੀਜ਼ ਐਕਸਪਲੇਨ ਨਹੀਂ ਕੀਤੀ ਮਤਲਬ ਮੈਂ ਅੱਗੇ ਜਾ ਕੇ ਕਰਨੀ ਹੈ, ਤਾਂ ਉਸ ਚੀਜ਼ ਦਾ ਤੁਸੀਂ ਡਾਊਟ ਨਹੀਂ ਲੈਣਾ ਕਿਹੜਾ ਕਿੱਥੇ ਕਿੰਨਾ ਸਮਝਾਣਾ ਹੈ, ਤੁਹਾਨੂੰ ਕਿਵੇਂ ਵਧੀਆ ਸਮਝ ਆਏਗਾ ਉਹ ਮੈਨੂੰ ਪਤਾ ਹੈ, ਠੀਕ ਹੈ। ਚੇਂਜ ਆਫ ਕਲਰ ਫਰੋਮ ਗ੍ਰੀਨ ਟੂ ਰੈਡ at ripening is due to the change of dash to dash. Change of color from green to red. मान लो कोई चीज है ना, जिवें ग्रीन चिली है, ग्रीन चिली ਨੂੰ ਤੁਸੀਂ ਰੱਖੀ ਰੱਖੋ, ਥੋੜੇ ਦਿਨਾਂ ਬਾਅਦ ਰੈੱਡ चिली ਚ ਕਨਵਰਟ ਹੋ ਜਾਏਗੀ, है ना। ग्रीन टमाटो है,
ग्रीन की है टोमैटो है, थोड़े दिन उन्होंने रखी रखो रेड टोमैटो च कन्वर्ट हो जाएगा। ਤੇ ਐਵੇਂ ਕਿਉਂ ਹੁੰਦਾ ਹੈ ਐਂਡ ਦਾ ਰੀਜ਼ਨ ਦੱਸਣਾ ਆਪਾਂ। ਤੇ ਜਿਹੜਾ ਰੈੱਡ ਕਲਰ ਹੈ ਨਾ, ਰੈੱਡ ਕਲਰ ਕਿੰਦੀ ਵਜ੍ਹਾ ਨਾਲ ਹੁੰਦਾ, ਕ੍ਰੋਮੋਪਲਾਸਟ ਦੀ ਵਜ੍ਹਾ ਨਾਲ ਹੁੰਦਾ। ਤੇ ਜਿਹੜਾ ਗ੍ਰੀਨ ਕਲਰ ਹੈ ਉਹ ਕਿਹਦੀ ਵਜ੍ਹਾ ਨਾਲ ਹੁੰਦਾ, ਕਲੋਰੋਪਲਾਸਟ ਦੀ ਵਜ੍ਹਾ ਨਾਲ ਹੁੰਦਾ। ਠੀਕ ਹੈ, ਤਾਂ ਫਿਰ ਇਹਦਾ ਮਤਲਬ ਕਿ ਕਿਹੜੇ ਤੋਂ ਕਿਹੜਾ ਪਿਗਮੈਂਟ ਚੇਂਜ ਹੋਏਗਾ, ਕਿਹੜੇ ਤੋਂ ਕਿਹੜੇ ਪਲਾਸਟਿਡ ਬਣੇਗਾ, ਜਿੰਦੇ ਕਰਕੇ ਕਿ ਆਪਣੀ ਜਿਹੜੀ ਗ੍ਰੀਨ ਟੋਮੈਟੋ ਹੈ ਉਹ ਰੈੱਡ ਟੋਮੈਟੋ ਵਿੱਚ ਚੇਂਜ ਹੋਏਗਾ। ਚੇਂਜ ਆਫ ਕਲਰ ਫਰਮ ਗ੍ਰੀਨ ਟੂ ਰੈੱਡ ਐਟ ਰਾਈਪਨਿੰਗ, ਜਦੋਂ ਰਾਈਪਨਿੰਗ ਹੁੰਦੀ ਹੈ ਹਨਾ, ਉਦੋਂ ਕੀ ਹੁੰਦਾ, ਇਜ਼ ਡਿਊ ਟੂ ਦ ਚੇਂਜ ਆਫ ਗ੍ਰੀਨ ਕਲਰ ਕਿੰਦੇ ਨਾਲ ਆਏਗਾ, ਕਲੋਰੋਪਲਾਸਟ ਨਾਲ। ਸਾਰਿਆਂ ਨੂੰ ਪਤਾ ਹੈ ਕਲੋਰੋਪਲਾਸਟ ਬਾਰੇ। ਕਲੋਰੋਪਲਾਸਟ ਵਿੱਚ ਕੀ ਪ੍ਰੈਜ਼ੈਂਟ ਹੁੰਦੇ, ਥਾਈਲਾਕੋਇਡਸ, ਗਰੁੱਪ ਆਫ ਥਾਈਲਾਕੋਇਡਸ। ਠੀਕ ਹੈ, ਇਹ ਆਪਾਂ ਸਾਰੀ ਚੀਜ਼ ਉਹਨੂੰ ਕੀ ਕਹਿੰਦੇ ਆਪਾਂ, ਗ੍ਰੈਨਾ। ਇਹ ਆਪਾਂ ਸਾਰੀ ਚੀਜ਼ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਪਰ ਹਾਲ ਫਿਲਹਾਲ ਵਾਸਤੇ ਜਿਹੜਾ ਕਲੋਰੋਪਲਾਸਟ ਹੈ ਉਹ ਗ੍ਰੀਨ ਕਲਰ ਦਾ ਕਲਰ ਪ੍ਰੋਵਾਈਡ ਕਰਦਾ ਹੈ ਕਿਸੇ ਚੀਜ਼ ਨੂੰ, ਗ੍ਰੀਨ ਕਲਰ ਦਾ ਪਿਗਮੈਂਟ ਹੈ, ਉਹਨੂੰ ਆਪਾਂ ਕਹਿੰਦੇ ਹਾਂ ਕਲੋਰੋਪਲਾਸਟ। ਤੇ ਜਦੋਂ ਕਲੋਰੋਪਲਾਸਟ ਕ੍ਰੋਮੋਪਲਾਸਟ ਵਿੱਚ ਬਦਲਦਾ ਹੈ, ਕ੍ਰੋਮੋਪਲਾਸਟ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ, ਰੈੱਡ ਕਲਰ ਨੂੰ। ਇਹ ਰਾਈਪਨਿੰਗ ਦੇ ਟਾਈਮ ਤੇ ਹੁੰਦਾ ਹੈ, ਕੀ ਹੁੰਦਾ, ਚੇਂਜ ਆਫ ਕਲੋਰੋਪਲਾਸਟ ਟੂ ਕ੍ਰੋਮੋਪਲਾਸਟ। ਤੁਹਾਡਾ ਸੈਕਿੰਡ ਆਪਸ਼ਨ ਨੰਬਰ ਕੀ ਹੋ ਜਾਏਗਾ, ਕਰੈਕਟ ਆਂਸਰ। ਹੁਣ ਆਪਾਂ ਚੱਲਦੇ ਹਾਂ ਆਪਣੇ ਨੈਕਸਟ ਕੁਐਸਚਨ ਦੀ ਤਰਫ। ਠੀਕ ਹੈ, ਆਪਣੇ ਕੁਐਸਚਨਸ ਇੱਥੇ ਐਂਡ ਹੁੰਦੇ ਆ। ਜਿਹੜਾ ਤੁਹਾਡਾ ਨੈਕਸਟ ਕੁਐਸਚਨ ਹੈ ਆਬਵੀਅਸਲੀ ਉਹ ਨੈਕਸਟ ਸੈਸ਼ਨ ਵਿੱਚ ਹੋਊਗਾ। ਤੇ ਜੇ ਤੁਸੀਂ ਕਿਸੇ ਨੇ ਵੀ ਨੋਟਸ ਚਾਹੀਦੇ ਨੇ ਹਨਾ, ਨੋਟਸ ਚਾਹੀਦੇ ਨੇ, ਕੁਇਜ਼ਿਸ ਲਗਾਉਣੀਆਂ ਨੇ ਹੌਲੀ ਹੌਲੀ ਹਨਾ। ਹੁਣ ਮੈਂ ਕੱਲ ਇੱਕ ਕੁਐਸਚਨ ਪਾਇਆ ਸੀ, ਵੈਸੇ ਕਾਫੀ ਸਾਰੇ ਕੁਐਸਚਨ ਆਇਆ ਕਰਨਗੇ ਡੇਲੀ ਹਨਾ। ਨੋਟਸ ਚਾਹੀਦੇ ਆ, ਕੁਇਜ਼ਿਸ ਚਾਹੀਦੇ ਆ, ਸੈਸ਼ਨ ਦੇ ਜਿਹੜੇ ਪੀਡੀਐਫs ਚਾਹੀਦੇ ਆ। ਇਹਦੇ ਵਾਸਤੇ ਤੁਸੀਂ ਜੁਆਇਨ ਕਰਨਾ ਚੈਨਲ ਮਾਸਟਰ ਕੈਡਰ ਸਾਇੰਸ ਬਾय ਰਿਦਮ ਮੈਮ। ਤੇ 3 ਡੇਜ਼ ਦਾ ਫ੍ਰੀ ਡੈਮੋ ਲਗਾਉਣਾ ਕਿਸੇ ਨੇ ਨਹੀਂ ਭੁੱਲਣਾ। 3 ਡੇਜ਼ ਦਾ ਫ੍ਰੀ ਡੈਮੋ ਹੈ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਲੈਣਾ ਕਿ ਤੁਸੀਂ ਕੋਰਸ ਪਰਚੇਸ ਕਰਨਾ ਹੈ ਜਾਂ ਨਹੀਂ ਕਰਨਾ, ਜਾਂ ਸੈਲਫ ਸਟੱਡੀ ਕਰਨੀ ਹੈ। ਤੇ ਸਿਰਫ YouTube ਦੇ ਸੈਸ਼ਨਸ ਤੋਂ ਜਿਹੜੀ ਕਿ ਤੁਹਾਡੀ MCQ ਸੀਰੀਜ਼ ਰਿਹਾ ਕਰੇਗੀ, ਇਹਦੇ ਵਿੱਚ ਵੀ ਮੈਂ ਐਕਸਪਲੇਨ ਅੱਛੀ ਤਰ੍ਹਾਂ ਕਰਿਆ ਕਰਾਂਗੀ। ਪਰ ਜੇ ਤੁਸੀਂ ਚਾਹੁੰਦੇ ਹੋ ਕਿ 1-to-1 ਇੰਟਰੈਕਸ਼ਨ ਹੋਏ, ਤੁਸੀਂ ਪ੍ਰੋਪਰ ਆਪਦੇ ਡਾਊਟ ਪੁੱਛ ਸਕੋ ਤੇ ਸਾਰੀ ਚੀਜ਼ਾਂ ਹੋ ਸਕਣ ਹਨਾ, ਪ੍ਰੋਪਰ ਇੱਕ ਵੈਲ ਸਟਰਕਚਰ ਤਿਆਰੀ ਹੋ ਸਕੇ, ਜਿੱਥੇ ਤੁਹਾਡੇ ਟੈਸਟ ਵੀ ਹੋਣ, ਸਭ ਕੁਝ ਹੋਏ, ਤਾਂ ਫਿਰ ਤੁਸੀਂ ਕੋਰਸ ਪਰਚੇਸ ਕਰ ਲੈਣਾ। ਤੁਹਾਡੀ ਵਿਸ਼ ਹੈ ਕੰਪਲੀਟਲੀ ਕਿ ਤੁਸੀਂ ਕੋਰਸ ਪਰਚੇਸ ਕਰਨਾ ਹੈ ਜਾਂ ਨਹੀਂ ਕਰਨਾ। ਮੈਂ ਇੱਥੇ ਵੀ ਪੜਾਵਾਂਗੀ ਐਂਡ ਇੱਥੇ ਆਪਣੀ ਨੈਕਸਟ ਮੰਥ ਸ਼ੁਰੂ ਹੋਏਗੀ ਕੈਮਿਸਟਰੀ। ਹਲੇ ਨਹੀਂ ਹੋਏਗੀ, ਹਲੇ ਸਿਰਫ ਆਪਣੀ ਬੋਟਨੀ ਜ਼ੂਲੌਜੀ ਚੱਲੇਗੀ। ਠੀਕ ਹੈ, ਤੇ ਕੈਮਿਸਟਰੀ ਦਾ ਜਿਹੜਾ ਡੈਮੋ ਲੈਕਚਰ ਹੋਏਗਾ ਉਹ ਜ਼ਰੂਰ ਤੁਹਾਨੂੰ ਇੱਥੇ ਮਿਲੇਗਾ, ਤੁਸੀਂ ਦੇਖ ਸਕਦੇ ਹੋ, ਤੁਸੀਂ ਕੋਰਸ ਪਰਚੇਸ ਕਰ ਸਕਦੇ ਹੋ। ਬਾਕੀ ਚੀਜ਼ਾਂ ਲਈ ਬਾਕੀ ਜਿਹੜੀ ਚੀਜ਼ਾਂ ਨੇ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ। ਉੱਥੇ ਹੀ ਜਦੋਂ ਮੈਂ ਡੈਮੋ ਕਲਾਸ ਦਵਾਂਗੀ ਤਾਂ ਤੁਹਾਨੂੰ ਲਿੰਕ ਸ਼ੇਅਰ ਕਰਾਂਗੀ। ਤਾਂ ਤੁਸੀਂ 3 ਦਿਨ ਜ਼ਰੂਰ ਆਣਾ, 20, 21 ਤੇ 22। ਇਹ 3 ਦਿਨ ਤੁਹਾਡਾ ਕੀ ਹੈ, ਡੈਮੋ ਰਹੇਗਾ ਸਾਰੀ ਕਲਾਸਿਸ ਦਾ, ਬੋਟਨੀ ਦੀ, ਜ਼ੂਲੌਜੀ ਦੀ ਤੇ ਕੈਮਿਸਟਰੀ ਦੀ। ਠੀਕ ਹੈ, ਔਰ 3 ਦਿਨ ਵਿੱਚ ਕਿੰਨੇ ਸੈਸ਼ਨ ਹੋਣਗੇ, 6 ਸੈਸ਼ਨਸ ਹੋਣਗੇ ਟੋਟਲ। ਠੀਕ ਹੈ, ਟੋਟਲ 9 ਸੈਸ਼ਨਸ ਹੋਣਗੇ, 3 ਬੋਟਨੀ ਦੇ, 3 ਜ਼ੂਲੌਜੀ ਦੇ ਤੇ 3 ਕੈਮਿਸਟਰੀ ਦੇ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਬੈਚ ਲੈਣਾ ਹੈ ਜਾਂ ਨਹੀਂ ਲੈਣਾ। ਤੁਸੀਂ ਜੇ ਸੈਲਫ ਸਟੱਡੀ ਕਰ ਸਕਦੇ ਹੋ ਤਾਂ ਸੈਲਫ ਸਟੱਡੀ ਕਰੋ, ਬਟ ਉਹਦੇ ਵਿੱਚ ਕੀ ਮਿਲੇਗਾ ਉਹ ਤੁਹਾਨੂੰ ਪਤਾ ਚੱਲ ਚੁੱਕਿਆ। ਠੀਕ ਹੈ, ਤਾਂ ਦੈਟਸ ਇਟ ਫॉर ਟੂਡੇ। ਇੱਥੇ ਹੀ ਮੈਂ ਆਪਣੇ ਸੈਸ਼ਨ ਨੂੰ ਐਂਡ ਕਰਦੀ ਹਾਂ ਤੇ ਨੈਕਸਟ ਲੈਕਚਰ ਵਾਸਤੇ ਰੈਡੀ ਰਹਿਣਾ। ਠੀਕ ਹੈ, ਆਪਣੀ ਜਿਹੜੀ ਤਿਆਰੀ ਹੈ ਇੱਥੇ ਚੱਲਦੀ ਰਹੇਗੀ। ਨੈਕਸਟ ਲੈਕਚਰ ਵੀ ਜ਼ਰੂਰ ਆਏਗਾ, ਬਟ ਥੋੜਾ ਜਿਹਾ ਆਪਣਾ ਕੰਟੈਂਟ ਕ੍ਰੀਏਸ਼ਨ ਵਿੱਚ ਟਾਈਮ ਜਾ ਰਿਹਾ, ਟੈਸਟ ਸੀਰੀਜ਼ ਡਿਜ਼ਾਈਨ ਕਰਨੀ ਹੈ, ਤਾਂ ਕਰਕੇ ਥੋੜਾ ਜਿਹਾ ਡਿਲੇ ਹੋ ਰਿਹਾ ਹੈ। ਬਟ ਰੋਜ਼ ਤੁਹਾਡਾ ਇੱਕ ਦਿਨ ਛੱਡ ਕੇ ਹਾਲੇ ਸੈਸ਼ਨ ਆਏਗਾ। ਨੈਕਸਟ ਵੀਕ ਤੋਂ ਤੁਹਾਡੇ ਡੇਲੀ ਆ ਸੈਸ਼ਨਸ ਤਾਂ ਚੱਲਿਆ ਕਰਨਗੇ MCQ ਸੈਸ਼ਨ। ਠੀਕ ਹੈ, ਜਿਹੜੇ ਡਿਟੇਲਡ ਲੈਕਚਰਸ ਨੇ ਉਹ ਵੀ ਮੈਂ ਤੁਹਾਡੇ ਵਿੱਚੋਂ ਲੈ ਲਾਂਗੀ, ਬਟ ਮੇਰੇ ਕੋਲ ਉਹਨੂੰ ਨਾ ਕੰਟੀਨਿਊ ਕਰਨ ਦਾ ਹਾਲੇ ਉਹਨਾਂ ਟਾਈਮ ਨਹੀਂ ਹੈਗਾ। ਸੋ ਦੈਟਸ ਇਟ, ਥੈਂਕ ਯੂ ਸੋ ਮਚ। ਤੁਸੀਂ ਸਾਰਿਆਂ ਨੇ ਜੁਆਇਨ ਕਰਨਾ ਹੈ ਮਾਸਟਰ ਕੈਡਰ ਸਾਇੰਸ ਬਾय ਰਿਦਮ ਮੈਮ ਚੈਨਲ ਨੂੰ, ਤੇ ਸੈਸ਼ਨ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ ਚੈਨਲ ਨੂੰ, ਤਾਂ ਕਿ ਮੈਨੂੰ ਵੀ ਪਤਾ ਚੱਲਦਾ ਰਹੇ ਕਿ ਤੁਹਾਨੂੰ ਸੈਸ਼ਨਸ ਪਸੰਦ ਆ ਰਹੇ ਨੇ। ਸੋ ਦੈਟਸ ਇਟ ਫॉर ਟੂਡੇ, ਥੈਂਕ ਯੂ ਸੋ ਮਚ।